सतनाम वाहेगुरु साहिब जी। गगन दमामा बाजियो परयो निशाने कहाओ। खेत जो मांड्यो सूरमा अब जो जन को दाओ। सूरा सो पहचानिए जो लरै दीन के हेत। पुरजा पुरजा कट मरै कबहू न छाड़ै खेत। धन जियो तिह को जग में मुख ते हर चित में जुद विचारे। देह अनित न नित रहै जस नाव चढ़ै पव सागर तारै। बेसुमार अथाह अगनत अतुलै जो बुलावो त्यो नानक दास बोले। धन धन सतगुरु गुरु गरीब निवाज किरपा निध दया निध करुणा निध सतगुरु श्री गुरु ग्रंथ साहिब जी दीन दयाल पातशाह जिन्हां दी अपार मेहरामत है अथाह बख्शिश है। जो आप सब गुरसिख सतसंगी जन पातशाह जी दी पवित्र हजूरी दे अंदर सतसंगत रूप विच जुड़ बैठ के सतगुरु की रहमत नूं माणदियां होइयां अपने मनुखा जीवन नूं सफल करन दा सकारथ करन दा शुभ यतन कर रहे हो जी। बड़े ही सुभागशाली हो। सतगुरु श्री गुरु गोबिंद सिंह साहिब जी साहिबे कमाल कदरत कुदरत पेश गुरु गोबिंद सिंह इनके याद आदेश गुरु गोबिंद सिंह। ऐसे दीन दयाल सतगुरु साहब जी दे धर्म युद्ध की महागाथा आप जी लड़ीवार रूप दे विच रोजाना श्रवण कर रहे हो। सतगुरु गुरु गोबिंद सिंह साहब जी ने जो धर्म युद्ध के हेत जो भी महाराज जी ने जंगा लड़ियां ना, ये जंगा भावें दुनिया दे विच बड़ियां भयानक जंगा होईयां ने, पर गुरु गोबिंद सिंह साहब महाराज जी दीयां जंगां दा जिहड़ा रूप है वो असलों ही वखरा है। इन्हां जंगां दे विच जूझण वाले वो लोग हन जिहड़े बड़ा लंबा समा गुलामी कटदियां होइयां अत्याचार सहिंदियां होइयां दबलियां कुचलियां दे वांग बड़ा जिहड़ा असीं नीवां जीवन बतीत करते सन। इस करके गुरु साहब जी का खालसा वो खालसा जी जिहड़े लोग दबे कुचले सन अत्याचारां दे हेठां पिसे होए सन, उन्हां मुर्दा शरीरां दे विच अमर दी शक्ति दे नाल रूह फूक के कलगीधर पातशाह ने ऐसी शस्त्र विद्या का अभ्यास उन्होंने पकड़ाया कि कमी कमीण कहे जाने वाले लोगों ने हिंदुस्तान की
ਜ਼ੁਲਮੀ ਰਾਜ ਸੱਤਾ ਦਾ ਤਖਤ ਪਲਟ ਕਰ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਜੰਗਾਂ ਦੇ ਵਿੱਚ ਇਹ ਵੀ ਇੱਕ ਬੜਾ ਪੱਖ ਨਿਵੇਕਲਾ ਹੈ ਕਿ ਆਮ ਜੰਗਾਂ ਦੇ ਵਿੱਚ ਕੇਵਲ ਕੱਟਣ ਵੱਢਣ ਦੀ ਹੀ ਲੜਾਈ ਹੁੰਦੀ ਹੈ। ਇੱਕ ਦਲ ਮਾਰਿਆ ਗਿਆ, ਸ਼ਿਕਸਤ ਖਾ ਗਿਆ ਤੇ ਲੜਾਈ ਸਮਾਪਤ ਹੋ ਜਾਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲੋਂ ਜਦੋਂ ਜਦੋਂ ਪਹਾੜੀਏ ਤੇ ਤੁਰਕ ਸ਼ਿਕਸਤ ਹਾਰਾ ਖਾਂਦੇ ਨੇ, ਉਵੇਂ ਉਵੇਂ ਉਹਨਾਂ ਦਾ ਰੋਹ ਪ੍ਰਚੰਡ ਹੋ ਜਾਂਦਾ। ਫਿਰ ਉਹਦੇ ਲਈ ਸਭ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ, ਚਾਹੇ ਧਰਮ ਦੀ ਕਸਮ ਦਾ ਆਸਰਾ ਲੈਣਾ ਹੋਵੇ, ਚਾਹੇ ਦਗੇ ਕਰਨੇ ਹੋਣ, ਚਾਹੇ ਜਿਵੇਂ ਮਰਜ਼ੀ, ਜੋ ਵੀ ਨੀਤੀ ਤੋਂ ਉਲਟ ਹੱਥ ਕੰਡਾ ਉਹ ਅਪਣਾਉਂਦੇ ਹਨ। ਪਰ 10ਵੇਂ ਪਾਤਸ਼ਾਹ ਦੀ ਜਿਹੜੀ ਚਾਲ ਹੈ ਸੂਰਬੀਰਾਂ ਵਾਲੀ, ਉਹ ਸਦਾ ਅਡੋਲ ਰਹਿੰਦੀ ਹੈ। ਸੋ ਲੜੀ ਦੇ ਅੰਤਰਗਤ ਆਪ ਜੀ ਨੇ ਇੱਥੋਂ ਤੱਕ ਜ਼ਿਕਰ ਸਰਵਣ ਕੀਤਾ ਸੀ ਕਿ ਪਾਤਸ਼ਾਹ ਜੀ ਨੇ 6-7 ਪੋਹ ਦੀ ਦਰਮਿਆਨੀ ਰਾਤ ਨੂੰ ਸਾਰੀ ਤਿਆਰੀ ਕਰਕੇ ਗੁਰੂ ਸਾਹਿਬ ਜੀ ਕਿਲ੍ਹਾ ਛੱਡਦੇ ਹਨ। ਤੇ ਗੁਰੂ ਸਾਹਿਬ ਜੀ ਹੁਣ ਅਨੰਦਪੁਰ ਸਾਹਿਬ ਨਗਰ ਛੱਡਣ ਤੋਂ ਬਾਅਦ ਕਿਵੇਂ ਗੁਰੂ ਸਾਹਿਬ ਜੀ ਦੇ ਸਰਸਾ ਕੰਢੇ ਤੱਕ ਦਾ ਸਫ਼ਰ ਹੈ, ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਨਾ 7 ਪੋਹ ਦਾ ਦਿਨ, 7 ਪੋਹ ਦੇ ਦਿਨ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੋੜਾ ਹੋਇਆ ਸੀ ਸਰਸਾ ਦੇ ਕੰਢੇ। 3 ਹਿੱਸਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ, ਗੁਰੂ ਸਾਹਿਬ ਜੀ ਦੇ ਮਹਿਲ ਇੱਕ ਜਗ੍ਹਾ, ਗੁਰੂ ਸਾਹਿਬ ਜੀ ਦੇ ਪੂਜਨੀਕ ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਤੇ ਗੁਰੂ ਸਾਹਿਬ ਜੀ ਵੱਡੇ ਸਾਹਿਬਜ਼ਾਦਿਆਂ ਤੇ ਬੜੇ ਬਹਾਦਰ ਸਿੰਘਾਂ ਸਮੇਤ, ਇਹ 3 ਹਿੱਸਿਆਂ ਦੇ ਵਿੱਚ ਪਰਿਵਾਰ ਵਿਛੜ ਗਿਆ। ਤੇ ਇੱਕ ਹਿੱਸਾ ਸਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ, ਜਿਹੜੇ ਸਰਸਾ ਦੇ ਵਹਿਣ ਵਿੱਚ ਵਿਛੜ ਗਏ। ਬੜੇ ਸੂਰਬੀਰ ਤਾਂ ਐਸੇ ਜਿਹੜੇ ਸਰਸਾ ਪਾਰ ਕਰ ਗਏ, ਪਰ ਬੜੇ ਐਸੇ ਸਨ ਜਿਹੜੇ ਸਰਸਾ ਦੇ ਵਹਿਣ ਵਿੱਚ ਵਹਿ ਗਏ। ਬੜਾ ਐਸਾ ਖਜ਼ਾਨਾ ਜਿਹੜਾ ਸਰਸਾ ਦੇ ਵਹਿਣ ਵਿੱਚ ਵਹਿ ਗਿਆ ਸੀ। 7 ਪੋਹ ਦੇ ਦਿਨ ਨੂੰ ਇੰਝ ਯਾਦ ਕਰਦੇ ਹਾਂ। ਸੋ ਲੜੀ ਦਾ ਆਰੰਭ ਕਰਨ ਤੋਂ ਪਹਿਲਾਂ 10ਮ ਪਾਤਸ਼ਾਹ ਦੀ ਬਖਸ਼ੀ ਹੋਈ ਗੁਰਫਤਿਹ ਨਾਲ ਬੜੇ ਅਦਬ ਸਹਿਤ ਸਾਂਝ ਕਰੀਏ ਜੀ। ਬੜੇ ਅਦਬ ਨਾਲ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ 10ਮ ਪਾਤਸ਼ਾਹ ਜੀ ਧਰਮ ਯੁੱਧ ਦੇ ਚਾਉ ਹੇਤ ਵੈਰੀ ਦੀਆਂ ਖਾਧੀਆਂ ਹੋਈਆਂ ਕਸਮਾਂ ਦਾ ਯਕੀਨ ਕਰਕੇ ਗੁਰੂ ਸਾਹਿਬ ਜੀ ਨੇ ਚੱਲਣ ਤੋਂ ਪਹਿਲਾਂ ਪਹਾੜੀਆਂ ਦੀ ਅਤੇ ਜਿਹੜੀ ਹੈ ਔਰੰਗਜ਼ੇਬ ਦੀ ਦਿੱਤੀ ਹੋਈ ਕਸਮ, ਜਿਹੜੀ ਉਹਨੇ ਇੱਕ ਪੱਤਰ ਉੱਪਰ ਲਿਖ ਕੇ ਭੇਜੀ ਸੀ ਫਾਰਸੀ ਦੇ ਵਿੱਚ, ਉਹ ਗੁਰੂ ਸਾਹਿਬ ਜੀ ਨੇ ਚੰਗੀ ਤਰ੍ਹਾਂ ਰੋਲ ਕਰਕੇ ਆਪਣੇ ਕੋਲ ਮਹਾਰਾਜ ਨੇ ਸੰਭਾਲ ਲਈ ਸੀ। ਇਹਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਗੁਰੂ ਸਾਹਿਬ ਜੀ ਦੀ ਜਿਹੜੀ ਪਾਰਗਾਮੀ ਸੁਰਤ ਹੈ ਨਾ, ਜਿਹੜੀ ਅਣਦਿਸਦੇ ਵਰਤਾਰਿਆਂ ਨੂੰ ਵੀ ਜ਼ਾਹਰ ਕਰਕੇ ਦੇਖ ਲੈਂਦੀ ਹੈ, ਉਸ ਗੁਰੂ ਸਾਹਿਬ ਜੀ ਦੀ ਸੁਰਤ ਨੂੰ ਪਤਾ ਸੀ ਕਿ ਜਿਨ੍ਹਾਂ ਭਾਵੇਂ ਇਹਨਾਂ ਨੇ ਕੁਰਾਨ ਦੀ, ਪੈਗੰਬਰ ਦੀ ਪਾਕ ਕਸਮ ਭੇਜ ਦਿੱਤੀ ਹੈ, ਪਰ ਕਿਉਂਕਿ ਜਿਹੜਾ ਰਾਜ ਸੱਤਾ ਦੇ ਸਿੰਘਾਸਣ ਤੇ ਬੈਠਾ ਹੁੰਦਾ ਬੰਦਾ ਨਾ, ਜੇ ਉਹਦੇ ਕੋਲ ਧਰਮ ਪਰਪੱਕ ਨਾ ਹੋਵੇ ਤੇ ਉਹਦੀ ਕਿਸੇ ਗੱਲ ਦਾ ਯਕੀਨ ਕਰਨਾ ਬੜਾ ਹੀ ਮੁਸ਼ਕਲ ਹੈ। ਅੱਜ ਵੀ ਦੁਨਿਆਵੀ ਰਾਜ ਸੱਤਾ ਚੱਲਦੀ ਹੈ, ਕਿੰਨੇ ਲੋਕ ਰਾਜ ਸੱਤਾ ਤੇ ਬੈਠਦੇ ਨੇ। ਆਮ ਬੰਦਾ ਝੂਠ ਮਾਰੇ, ਆਮ ਬੰਦਾ ਲਾਰਾ ਲਾਵੇ, ਆਮ ਬੰਦਾ ਜਰਾ ਜਿੰਨਾ ਧੋਖਾ ਕਰੇ ਤੇ ਲੋਕ ਬਹੁਤ ਬੁਰਾ ਮਨਾਉਂਦੇ ਨੇ। ਪਰ ਰਾਜ ਸੱਤਾ ਤੇ ਬੈਠੇ ਹੋਏ ਲੋਕ ਝੂਠ ਵੀ ਬੋਲਦੇ ਨੇ, ਲਾਰੇ ਵੀ ਲਾਉਂਦੇ ਨੇ, ਅਧਰਮ ਵੀ ਕਮਾਉਂਦੇ ਹਨ, ਬਾਰ-ਬਾਰ ਧੋਖੇ ਵੀ ਦਿੰਦੇ ਹਨ, ਪਰ ਜਿਹੜੀ ਜਨਤਾ ਉਹਨਾਂ ਦੇ ਇਹਨਾਂ ਕੰਮਾਂ ਨੂੰ ਗੌਲਦੀ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੀ ਸਹੁੰ ਵਿਸ਼ੇਸ਼ ਕਰਕੇ ਸੰਭਾਲੀ। ਕਿਉਂ? ਕਿਉਂਕਿ ਜਦੋਂ ਪਤਾ ਸੀ ਪਾਤਸ਼ਾਹ ਨੇ ਕਿ ਇਹ ਆਪਣੇ ਦੀਨ ਇਮਾਨ ਤੋਂ ਥਿੜਕੇ ਹੋਏ ਲੋਕ ਨੇ, ਪਰਮੇਸ਼ਰ ਦਾ ਭੈ ਇਹਨਾਂ ਨੂੰ ਵਿਸਰਿਆ ਹੋਇਆ ਹੈ, ਇਹ ਕਿਸੇ ਰਾਜ ਦੇ ਲੰਬਰਦਾਰ ਨਹੀਂ ਹਨ, ਇਹ ਕੂੜਿਆਰੀ ਸੱਤਾ ਦੇ ਹਉਮੈ ਵਸ ਸਹਿਕਦੇ ਹੋਏ ਕਰਿੰਦੇ ਹਨ, ਗੁਲਾਮ ਹਨ ਉਹਦੇ। ਕਿਉਂਕਿ ਜਦੋਂ ਮਹਾਰਾਜ ਫਿਰ ਚਲੇ ਗਏ ਅਨੰਦਪੁਰ ਸਾਹਿਬ ਤੋਂ, ਮਹਾਰਾਜ ਫਿਰ ਜਦੋਂ ਸਫ਼ਰ ਹੋਇਆ ਨਾ ਮਹਾਰਾਜ ਜੀ ਦਾ ਦੀਨੇ ਕਾਂਗੜ ਤੱਕ, ਤੇ ਜਿਹੜਾ ਮਹਾਰਾਜ ਜੀ ਨੇ ਜਫਰਨਾਮਾ ਲਿਖਿਆ ਉਹਦੇ ਵਿੱਚ ਮਹਾਰਾਜ ਨੇ 4 ਸ਼ੇਰ ਇਹ ਲਿਖੇ ਸਨ ਕਿ ਔਰੰਗਜ਼ੇਬ ਤੇਰੇ ਲਈ ਸਭ ਤੋਂ ਵੱਡੀ ਦੀਨਦਾਰ ਦੀ ਕਸਮ ਸੀ, ਉਹ ਤਾਂ ਤੂੰ ਵਿਸਾਰ ਦਿੱਤੀ। ਤੇ ਮਰਦਾਂ ਦਾ ਕੰਮ ਹੁੰਦਾ ਉਹਨਾਂ ਦੀ ਜ਼ੁਬਾਨ ਪੱਕੀ ਹੁੰਦੀ ਹੈ। ਤੂੰ ਕੱਲਾ ਮੇਰੇ ਕੋਲ ਜੰਗ ਵਿੱਚ ਨਹੀਂ ਹਾਰਿਆ, ਤੂੰ ਦੀਨ ਵਿੱਚ ਵੀ ਹਾਰ ਗਿਆ ਮੇਰੇ ਤੋਂ। ਇਸ ਕਰਕੇ ਮਹਾਰਾਜ ਨੇ ਉਹ ਫਿਰ ਜਫਰਨਾਮੇ ਵਿੱਚ ਬਕਾਇਦਾ ਇਹਦੀ ਸਹੁੰ ਦਾ ਜ਼ਿਕਰ ਕੀਤਾ ਸੀ। ਹੁਣ 10ਮ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਨਗਰੀ ਤੋਂ ਨਿਕਲੇ, ਸਾਹਮਣੇ ਮਹਾਰਾਜ ਜੀ ਦਾ ਕਾਫਲਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਾਰ ਨੀਲੇ ਦੇ ਸ਼ਾਹ ਸਵਾਰ
ਅੱਗੇ ਵੀ ਕਈ ਮੁਹਿੰਮਾਂ ਦੇ ਵਿੱਚ ਮਹਾਰਾਜ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਜਾਂਦੇ ਨੇ, ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਨਗਰ ਵਿੱਚੋਂ ਨਿਕਲਣਾ ਬੜਾ ਵੱਖਰੇ ਕਿਸਮ ਦਾ ਹੈ। ਅਨੰਦਪੁਰ ਨਗਰ ਦੇ ਵਿੱਚੋਂ 10ਵੇਂ ਪਾਤਸ਼ਾਹ ਦਾ ਆਪਣੇ ਦਲ ਨਾਲ, ਆਪਣੇ ਸਾਹਿਬਜ਼ਾਦਿਆਂ ਨਾਲ, ਪਿਆਰਿਆਂ ਨਾਲ, ਪਰਿਵਾਰ ਨਾਲ, ਮਰਜੀਵੜੇ ਸਿੰਘਾਂ ਨਾਲ, ਸਿਦਕਵਾਨਾਂ ਪ੍ਰੀਤਵਾਨਾਂ ਦੇ ਨਾਲ ਜਾਣਾ ਬੜਾ ਵੱਖਰੇ ਕਿਸਮ ਦਾ। ਕਿਵੇਂ? ਅੱਗੇ ਕਦੇ ਨਹੀਂ ਹੋਇਆ ਕਿ ਮਹਾਰਾਜ ਕਦੇ ਅੱਧੀ ਰਾਤ ਤੋਂ ਅਨੰਦਪੁਰ ਸਾਹਿਬ ਨਿਕਲੇ ਹੋਣ। ਅੱਗੇ ਕਦੇ ਨਹੀਂ ਹੋਇਆ ਕਿ ਮਹਾਰਾਜ ਦੇ ਸਾਰੇ ਸਿੰਘਾਂ ਨੂੰ ਐਸੀ ਭਾਜੜ ਪਈ ਹੋਵੇ ਕਿ ਸਾਰਿਆਂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਹੋਵੇ। ਇੱਕ ਵਾਰੀ ਜ਼ਰੂਰ ਪਹਾੜੀਆਂ ਦੀ ਕਸਮ ਖਾ ਕੇ ਪਹਿਲਾਂ ਛੱਡਿਆ ਸੀ, ਪਰ ਫਿਰ ਵਾਪਸ ਆ ਗਏ ਸਨ। ਅੱਗੇ ਕਦੇ ਨਹੀਂ ਹੋਇਆ ਕਿ ਗੁਰੂ ਸਾਹਿਬ ਜੀ ਦਲ ਵਿੱਚ ਉਹਨਾਂ ਦੀ ਬਿਰਧ ਮਾਤਾ ਗੁਜਰੀ ਜੀ ਨੂੰ, ਉਹਨਾਂ ਦੇ ਮਹਿਲਾਂ ਨੂੰ, ਉਹਨਾਂ ਦੇ ਛੋਟੇ ਲਾਲਾਂ ਨੂੰ ਵੀ ਸਫ਼ਰ ਕਰਨਾ ਪਿਆ ਹੋਵੇ। ਅੱਗੇ ਕਦੇ ਇਹੋ ਜਿਹਾ ਨਹੀਂ ਵਾਪਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ 'ਚ। ਇਹ 7 ਪੋਹ ਦੀ ਜਿਹੜੀ ਦਰਮਿਆਨੀ ਰਾਤ ਹੈ, 6 ਤੇ 7 ਪੋਹ ਦੀ, ਕਿਉਂਕਿ 12 ਵਜੇ ਦਿਨ ਬਦਲ ਜਾਂਦਾ, ਗੁਰੂ ਸਾਹਿਬ ਨਿਕਲੇ ਹਨ। ਤੇ ਮੌਸਮ ਦਾ ਜ਼ਰੂਰ ਧਿਆਨ ਰੱਖੋ। ਪੋਹ ਦਾ ਮਹੀਨਾ ਹੈ, ਇੱਕ ਪਾਸੇ ਪਹਾੜੀਆਂ ਦੇ ਤੁਰਕਾਂ ਦੇ ਲਸ਼ਕਰ ਚੜ੍ਹ ਕੇ ਆਏ ਨੇ, ਦੂਜੇ ਪਾਸੇ ਪਾਲਾ, ਕੱਕਰ, ਸੀਤ, ਕੋਰਾ, ਇਹਨਾਂ ਦਾ ਵੀ ਪੂਰਾ ਜ਼ੋਰ ਹੈ। ਜਿਹੜੇ ਜਿਸ ਨੰਗੇ ਹੱਡ ਨੂੰ ਸੀਤ ਲਹਿਰ ਲੱਗਦੀ ਹੈ, ਉਸ ਅੰਗ ਨੂੰ ਸੁੰਨ ਕਰੀ ਜਾਂਦੀ ਹੈ। ਹਲਕੀ ਹਲਕੀ ਵਰਖਾ ਨੇ ਵੀ ਸਰਦੀ ਦੇ ਜ਼ੋਰਾਵਾਰੀ ਹਮਲੇ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਰਾਤ ਦਾ ਘੁਸਮੁਸਾ ਹੈ। ਕਲਗੀਧਰ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ, ਇੱਕ ਸਿੰਘ ਮਸ਼ਾਲ ਲੈ ਕੇ ਮਹਾਰਾਜ ਦੇ ਅੱਗੇ ਚੱਲ ਰਿਹਾ ਹੈ। ਮਹਾਰਾਜ ਨੇ ਆਪਣੇ ਦਲ ਦੇ ਵਿੱਚ ਸਾਹਿਬਜ਼ਾਦੇ ਨਾਲ ਰੱਖੇ, ਪਿਆਰੇ ਮਹਾਰਾਜ ਜੀ ਦੇ ਨਾਲ ਰੱਖੇ, ਤੇ ਨਾਲ ਭਾਈ ਗੁਰੂ ਸਾਹਿਬ ਜੀ ਨੇ ਹੋਰ ਕੁਝ ਸਿੰਘ ਲੈ ਕੇ ਮਹਾਰਾਜ ਅੱਗੇ ਨਿਕਲ ਗਏ। ਮਗਰ ਜਥਾ ਆ ਰਿਹਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਦਾ। ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਮਹਾਰਾਜ ਜੀ ਨੇ 100 ਸਿੰਘ ਲਾਏ ਸਨ। ਉਹਦੇ ਮਗਰ ਜਥਾ ਸੀ ਭਾਈ ਉਦੈ ਸਿੰਘ ਦਾ, ਮਗਰੇ ਭਾਈ ਜੀਵਨ ਸਿੰਘ ਜੀ ਦਾ, ਤੇ ਉਹਨਾਂ ਦੇ ਵਿੱਚ ਇੱਕ ਜਥਾ ਸੀ ਜਿਹਦੇ ਵਿੱਚ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਸਮੇਤ ਭਾਈ ਦੁੰਨਾ ਸਿੰਘ ਦੇ ਨਾਲ ਸਨ, ਤੇ ਉਹਨਾਂ ਦੇ ਮਗਰੇ ਹੀ ਜਥਾ ਸੀ ਜਿਹੜਾ ਵਿਚਕਾਰ ਜੇ ਕਰਕੇ ਗੁਰੂ ਸਾਹਿਬ ਜੀ ਦੇ ਮਹਿਲਾਂ ਦਾ। ਹੁਣ ਇਹ ਸਾਰਾ ਦਲ ਆਨੰਦਪੁਰ ਸਾਹਿਬ ਤੋਂ ਨਿਕਲਿਆ ਹੈ। ਵਿਦਾਇਗੀਆਂ ਬੜੀਆਂ ਜੀਵਨ 'ਚ ਹੋਈਆਂ ਨੇ, ਬੜੇ ਥਾਂ ਛੱਡੇ ਨੇ ਮਹਾਰਾਜ ਨੇ, ਪਰ ਇਹ ਆਨੰਦਪੁਰ ਸਾਹਿਬ 7 ਪੋਹ ਦਾ ਦਿਨ, 7 ਪੋਹ ਦਾ ਦਿਨ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਮਹਿਲਾਂ ਲਈ, ਤੇ ਉਹਨਾਂ ਦੇ ਜਿੰਨੇ ਮਰਜੀਵੜੇ ਸਿੰਘ ਮਹਾਰਾਜ ਦੇ ਨਾਲ ਨਿਕਲੇ ਨਾ, ਇਹਨਾਂ ਸਾਰਿਆਂ ਦੇ ਲਈ ਇਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਜੀਵਨ ਦਾ ਆਖਰੀ ਦਿਨ ਨਹੀਂ ਜਿਹੜਾ ਆਨੰਦਪੁਰ ਸਾਹਿਬ ਬਤੀਤ ਹੋਇਆ। ਛੋਟੇ ਸਾਹਿਬਜ਼ਾਦੇ ਵੀ ਆਨੰਦਪੁਰ ਸਾਹਿਬ ਨਹੀਂ ਪਰਤ ਸਕੇ। ਭਾਈ ਜੀਵਨ ਸਿੰਘ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਦਨ ਸਿੰਘ, ਕਾਠਾ ਸਿੰਘ, ਅਨਕ ਸਿੰਘ, ਅਜਾਇਬ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ ਬੜੇ ਵੱਡੇ ਸਿੰਘ ਜਿਹੜੇ ਹਨ ਦੁਬਾਰਾ ਆਨੰਦਪੁਰ ਸਾਹਿਬ ਨਹੀਂ ਪਰਤ ਸਕੇ, ਜਿਹੜੇ ਕਦੇ ਆਨੰਦਪੁਰ ਦੀ ਸ਼ਾਨ ਰਹੇ ਨੇ, ਜਿਹੜੇ ਆਨੰਦਪੁਰ ਸਾਹਿਬ ਦੀ ਐਡੀ ਵੱਡੀ ਸੈਨਿਕ ਬਰਦਾਰੀ ਕਰਦੇ ਸਨ, ਉਹ ਵੀ ਦੁਬਾਰਾ ਆਨੰਦਪੁਰ ਸਾਹਿਬ ਨਹੀਂ ਵਰਤੇ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਤਾ ਹੈ ਕਿ ਇਹ ਜਿਹੜੀ ਧਰਤੀ ਤੋਂ ਮਹਾਰਾਜ ਦਾ ਖਾਲਸਾ ਨਿਕਲਿਆ, ਸਾਨੂੰ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ। ਆਪਾਂ ਤੋੜ ਕੇ ਵੇਖਦੇ ਹਾਂ ਚੀਜ਼ਾਂ ਨੂੰ। ਖਾਲਸੇ ਦੀ ਸਾਜਨਾ ਕਿੱਥੋਂ ਹੋਈ ਸੀ? ਆਨੰਦਪੁਰ ਸਾਹਿਬ 'ਚੋਂ ਹੋਈ ਸੀ। ਕਿਸ ਤਰੀਕੇ ਨਾਲ ਹੋਈ ਸੀ? ਸੀਸ ਦੇ ਕੇ ਹੋਈ ਸੀ। ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਆਪਣਾ ਦਲ ਤੋਰਿਆ ਹੈ, ਇਸ ਦਲ ਦੇ ਤੁਰਨ ਦਾ ਮਤਲਬ ਹੈ ਕਿ ਤੁਹਾਨੂੰ ਸ਼ਹੀਦੀਆਂ ਦੇ ਜਾਮ, ਸ਼ਹੀਦੀਆਂ ਦੇ ਪ੍ਰਣ ਕੀਤੇ ਹੋਏ ਹਨ। ਬਸ ਜਿਹਨੂੰ ਜਿੱਥੇ ਥਾਂ ਮਿਲਿਆ, ਜਿੱਥੇ ਹੁਕਮ ਹੋਇਆ, ਉਹ ਆਪਣੀਆਂ ਸ਼ਹੀਦੀਆਂ ਦੇ ਜਾਮੇ ਪਹਿਨ ਕੇ ਅਮਰ ਹੁੰਦਾ ਜਾਏਗਾ। ਆਨੰਦਪੁਰ ਸਾਹਿਬ ਦੇ ਵਿੱਚੋਂ ਦਲ ਐਵੇਂ ਨਹੀਂ ਨਿਕਲਿਆ। ਆਨੰਦਪੁਰ ਸਾਹਿਬ ਉਹ ਧਰਤੀ ਹੈ ਜਿੱਥੇ ਖਾਲਸੇ ਨੇ ਪਹਿਲਾਂ ਇਹ ਪ੍ਰਣ ਕੀਤਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਉਹ ਆਨੰਦਪੁਰ ਸਾਹਿਬ ਦੀ ਧਰਤੀ ਵਿੱਚੋਂ ਦਲ ਨਿਕਲਿਆ। ਅਜੇ ਮਹਾਰਾਜ ਚਲਦੇ ਆਪਣੇ ਦਲ ਦੇ, ਕਿਉਂਕਿ ਸੈਂਕੜਿਆਂ ਦੀ ਗਿਣਤੀ ਵਿੱਚ ਸੀ, ਬਹੁਤਾ ਮਹਾਰਾਜ ਦਲ ਨਹੀਂ ਸੀ, 2-2.5 ਹਜ਼ਾਰ ਦੀ ਗਿਣਤੀ ਕਹਿੰਦੇ ਸਾਰੀ ਸੀ। ਚਲਦਿਆਂ ਯੋਧੇ ਵਿੱਚੋਂ ਕੇਵਲ 800-900 ਸਿੰਘ ਸਨ, ਕੁਝ 1500 ਵੀ ਕਹਿੰਦੇ ਨੇ। ਇੰਨੇ ਕੁ ਸਿੰਘ ਸਨ ਜਿਹੜੇ ਆਨੰਦਪੁਰ ਸਾਹਿਬ ਨਗਰ ਛੱਡ ਕੇ ਮਹਾਰਾਜ ਦੇ ਸਮੇਤ ਨਿਕਲੇ।
ਗੁਰੂ ਸਾਹਿਬ ਜੀ ਦਾ ਕਾਫਲਾ ਗੁਜ਼ਰਿਆ ਜਾ ਰਿਹਾ ਹੈ। ਅੱਗੇ ਪਾਤਸ਼ਾਹ ਜੀ ਦਾ ਦਲ ਜਾਂਦਾ ਹੈ। ਧੌਂਸਿਆਂ ਨਗਾਰਿਆਂ ਦੀ ਚੋਟ ਹੁੰਦੀ ਹੈ। ਹਜ਼ਾਰਾਂ ਨਿਸ਼ਾਨ ਅੱਗੇ ਝੂਲਦੇ ਹਨ। ਸੂਰਮੇ ਗੁਰੂ ਸਾਹਿਬ ਜੀ ਦੇ ਨਿਕਲਣ ਤੋਂ ਪਹਿਲਾਂ ਸ਼ਲਖਾਂ ਛੱਡਦੇ ਨੇ, ਭਾਵ ਕਿ ਬੰਦੂਕਾਂ ਵਿੱਚੋਂ ਗੋਲੀਆਂ। ਜਿਹੜੇ ਰਣ ਭੇਰੀਆਂ ਸ਼ਹਿਨਾਈਆਂ, ਰਣ ਸਿੰਘੇ ਵਜਾਉਣ ਵਾਲੇ, ਤੁਰਰੀਆਂ ਵਜਾਉਣ ਵਾਲੇ ਨੂੰ ਇੱਕ ਵਾਰੀ ਇਹੋ ਜਿਹਾ ਸਿੰਘ ਨਾਦ ਗੁੰਜਾਉਂਦੇ ਨੇ। ਰਣਜੀਤ ਨਗਾਰੇ ਦੀ ਗੂੰਜ ਐਸੀ ਪੈਂਦੀ ਸੀ ਕਿ ਪਹਾੜੀਏ ਕੰਬ ਉੱਠਦੇ ਨੇ। ਪਰ ਅੱਜ ਮਹਾਰਾਜ ਦਾ ਦਲ ਬੜਾ ਸ਼ਾਂਤ ਸੁਭਾਅ ਨਾਲ ਜਾ ਰਿਹਾ। ਜਿਵੇਂ ਦਰਿਆ ਦਾ ਵਹਿਣ ਹੁੰਦਾ ਨਾ, ਕਈ ਵਾਰੀ ਦਰਿਆ ਆਪਣੇ ਜਲਾਓ 'ਚ ਹੁੰਦਾ, ਇੰਨਾ ਜ਼ਿਆਦਾ ਦਰਿਆ ਸ਼ੋਰ ਕਰਦਾ ਤੇ ਦੂਰ ਦੂਰ ਤੱਕ ਸੁਣਾਈ ਦਿੰਦਾ, ਲਹਿਰਾਂ ਨੂੰ ਪਟਕਾ ਪਟਕਾ ਕੇ ਮਾਰਦਾ ਕੰਢਿਆਂ ਨਾਲ। ਕਦੇ ਦਰਿਆ ਇੰਨਾ ਸਹਿਜ ਚੱਲ ਰਿਹਾ ਹੁੰਦਾ, ਇੰਨਾ ਹੌਲੀ ਵਹਿ ਰਿਹਾ ਹੁੰਦਾ ਕਿ ਜਰਾ ਜਿੰਨਾ ਸ਼ੋਰ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਦਲ ਬੜੇ ਸਹਿਜ ਰੂਪ ਨਾਲ ਜਾ ਰਿਹਾ। ਮਹਾਰਾਜ ਚੱਲਦੇ ਚੱਲਦੇ ਇਹ ਸਾਰਾ ਸਫ਼ਰ ਨੂੰ ਨਾ ਇੱਕ ਧਿਆਨ 'ਚ ਜ਼ਰੂਰ ਰੱਖਣਾ। ਜਿਹੜੇ ਸਫ਼ਰ ਨੂੰ ਧਿਆਨ 'ਚ ਨਹੀਂ ਰੱਖਣਗੇ ਉਹ ਮਹਾਰਾਜ ਦੀ ਇਸ ਮਹਾਂਗਾਥਾ ਨਾਲ ਪੂਰਾ ਜੁੜ ਨਹੀਂ ਪਾਉਣਗੇ। ਆਨੰਦਪੁਰ ਸਾਹਿਬ ਤੋਂ ਨਿਕਲਿਆ ਤੇ ਕਲਪਨਾ 'ਚ ਰੱਖੋਗੇ ਕੀਰਤਪੁਰ ਸਾਹਿਬ ਕਿੰਨਾ ਕੁ ਦੂਰ ਹੈ। ਹੁਣ ਤੇ ਚਲੋ ਫਿਰ ਵੀ ਦੂਰੀ ਵੱਧ ਲੱਗਦੀ, ਉਰੋਂ ਤੇ ਥਾਵਾਂ ਸਰਲ ਪੱਧਰੀਆਂ ਸਨ। ਇਸ ਤਰ੍ਹਾਂ ਦੇ ਰਸਤੇ ਅਜੇ ਟੇਢੇ ਮੇਢੇ ਨਹੀਂ ਬਣੇ ਸਨ ਜਿਹੜੇ ਹੁਣ ਆਪਣੀ ਸਹੂਲਤ ਅਨੁਸਾਰ ਬਣੇ ਨੇ। ਗੁਰੂ ਸਾਹਿਬ ਜੀ ਆਪਣਾ ਦਲ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ। ਮਹਾਰਾਜ ਆਪਣੇ ਖਿਆਲਾਂ ਦੇ ਵਿੱਚ ਵੀ ਅਨੰਦਪੁਰ ਸਾਹਿਬ ਛੱਡਿਆ ਹੈ ਤਾਂ ਮਹਾਰਾਜ ਨੇ ਆਪਣੇ ਆਪਣੇ ਟਿਕਾਣੇ ਦੇ ਸਭ ਪਰਿਵਾਰ ਨੂੰ, ਦਲ ਨੂੰ ਪਹੁੰਚਾਉਣਾ ਸੀ। ਪਰ ਮਹਾਰਾਜ ਨੂੰ ਖਬਰ ਹੈ ਕਿ ਦੁਸ਼ਮਣ ਵੀ ਇੰਜ ਕਰੇਗਾ। ਮਹਾਰਾਜ ਅਜੇ ਕੀਰਤਪੁਰ ਸਾਹਿਬ ਪਹੁੰਚੇ ਨੇ। ਕੀਰਤਪੁਰ ਸਾਹਿਬ ਉਹ ਨਗਰੀ ਹੈ ਜਿਹੜੀ ਨਗਰੀ ਬਾਬਾ ਗੁਰਦਿੱਤਾ ਜੀ ਨੇ ਵਸਾਈ। 6ਵੇਂ ਪਾਤਸ਼ਾਹ ਜੀ ਦਾ ਜੋਤੀ ਜੋਤ ਇੱਥੇ ਸਮਾਏ, 7ਵੇਂ ਪਾਤਸ਼ਾਹ ਸਮਾਏ, 8ਵੇਂ ਪਾਤਸ਼ਾਹ ਦਾ ਜਨਮ ਔਰ ਜੀਵਨ ਇੱਥੇ ਬਤੀਤ ਹੋਇਆ, 9ਵੇਂ ਪਾਤਸ਼ਾਹ ਜੀ ਇੱਥੇ ਰਹੇ। ਇੱਥੇ ਬੈਠ ਕੇ ਹੀ ਕਦੇ 6ਵੇਂ ਪਾਤਸ਼ਾਹ ਨੇ ਕਿਹਾ ਸੀ 10ਵੇਂ ਪਾਤਸ਼ਾਹ ਬਾਰੇ। ਇੱਕ ਵਾਰੀ ਨਾ ਮਾਤਾ ਨਾਨਕੀ ਜੀ ਨੇ ਨਾ 6ਵੇਂ ਪਾਤਸ਼ਾਹ ਦੇ ਕੋਲ ਕੀਰਤਪੁਰ ਸਾਹਿਬ ਬੈਠੇ ਸਨ। ਇਹ ਵੀ ਗੱਲਾਂ ਜੁੜਦੀਆਂ ਨੇ ਨਾਲ। ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਜੋ 6ਵੇਂ ਪਾਤਸ਼ਾਹ ਜੀ ਦੇ ਮਹਿਲ ਸਨ, ਉਹਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਬਾਕੀ ਤੁਹਾਡੇ ਜਿਹੜੇ ਸਾਹਿਬਜ਼ਾਦੇ ਆ ਨਾ, ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਸਾਰੇ ਬੜੇ ਨਾ ਚੜ੍ਹਦੀ ਕਲਾ ਵਾਲੇ ਨੇ। ਸਾਰੇ ਤੁਹਾਡੀ ਜ਼ਿੰਮੇਵਾਰੀਆਂ ਦੇ ਵਿੱਚ ਬੜਾ ਅੱਗੇ ਵੱਧ ਕੇ ਹਿੱਸਾ ਲੈਂਦੇ ਹਨ। ਸਾਰਿਆਂ ਦਾ ਗੁਰੂ ਘਰ ਵਿੱਚ ਬੜਾ ਮਾਣ ਹੈ। ਸੰਗਤਾਂ ਬੜਾ ਉਹਨਾਂ ਦਾ ਅਦਬ ਕਰਦੀਆਂ ਨੇ। ਪਰ ਜਿਹੜਾ ਮੇਰਾ ਲਾਲ ਹੈ ਨਾ, ਤੇਗ ਬਹਾਦਰ, ਇਹ ਬੜਾ ਸ਼ਾਂਤ ਸੁਭਾਅ ਹੈ। ਇਹ ਗੱਲਾਂ ਨਹੀਂ ਕਰਦਾ, ਇਹ ਕੋਈ ਬਹੁਤਾ ਕਿਸੇ ਨੂੰ ਮਿਲਦਾ ਗਿਲਦਾ ਨਹੀਂ, ਆਪਣੀ ਹੀ ਅਜਬ ਆਤਮ ਰੰਗ ਵਿੱਚ ਰੰਗਿਆ ਰਹਿੰਦਾ। ਮਹਾਰਾਜ ਫਿਰ ਇਹਦੇ ਜੀਵਨ ਦੀ ਵਡਿਆਈ ਕਿਵੇਂ ਹੋਏਗੀ। ਔਰ ਜ਼ਿਕਰ ਮਿਲਦਾ ਇਤਿਹਾਸ ਕਿ ਜਦੋਂ 9ਵੇਂ ਪਾਤਸ਼ਾਹ ਛੋਟੇ ਹੁੰਦੇ ਆਪਣੇ ਪਿਤਾ 6ਵੇਂ ਪਾਤਸ਼ਾਹ ਦੇ ਹਜ਼ੂਰ ਕੀਰਤਪੁਰ ਸਾਹਿਬ 15-20 ਦਿਨਾਂ ਬਾਅਦ ਦਰਸ਼ਨ ਕਰਨ ਆਉਂਦੇ ਸਨ। ਰੋਜ਼ ਨਹੀਂ ਆਉਂਦੇ ਸਨ। ਤੇ 6ਵੇਂ ਪਾਤਸ਼ਾਹ ਰੋਜ਼ ਇਹਨਾਂ ਨੂੰ ਜਦੋਂ ਆਉਂਦੇ ਸਨ ਵਿਸ਼ੇਸ਼ ਕਰਕੇ ਆਪਣੇ ਨੇੜੇ ਬਿਠਾਉਂਦੇ ਸਨ। 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਇਹ ਆਪ ਤਾਂ ਬਹੁਤ ਵੱਡੇ ਧਰਮ ਦੇ ਰੱਖਿਅਕ ਹੋਣਗੇ, ਤੁਹਾਡੇ ਸਾਹਿਬਜ਼ਾਦੇ ਭਾਵ ਗੁਰੂ ਤੇਗ ਬਹਾਦਰ ਸਾਹਿਬ, ਪਰ ਜਿਹੜਾ ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨਾਂ ਦੇ ਘਰੇ ਪੁੱਤਰ ਪੈਦਾ ਹੋਵੇਗਾ ਨਾ, ਉਹ ਐਡੇ ਜਲਾਓ ਵਾਲਾ, ਐਡੇ ਧਰਮ ਯੁੱਧ ਵਾਲਾ ਹੋਵੇਗਾ ਕਿ ਸਾਡੇ ਨਾਮ ਤੋਂ ਵੱਧ 4 ਗੁਣਾ ਉਹ ਯੁੱਧ ਲੜੇਗਾ। ਮਹਾਰਾਜ ਨੇ 4 ਲੜੇ ਸਨ 6ਵੇਂ ਪਾਤਸ਼ਾਹ ਨੇ, ਤੇ 10ਵੇਂ ਪਾਤਸ਼ਾਹ ਨੇ ਉਹਨਾਂ ਤੋਂ ਵੱਧ ਯੁੱਧ ਲੜੇ। ਕਹਿਣ ਲੱਗੇ ਇਹਨਾਂ ਘਰ ਉਹ ਪ੍ਰਗਟ ਹੋਣਾ ਹੈ। ਹੁਣ ਇਸ ਕਰਕੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੱਲਦੇ ਹੋਏ ਦਲ ਸਮੇਤ ਕੀਰਤਪੁਰ ਸਾਹਿਬ ਪਹੁੰਚੇ ਨੇ। ਯਾਦ ਕੀਤਾ 6ਵੇਂ ਪਾਤਸ਼ਾਹ ਨੂੰ, ਆਪਣੇ ਦਾਦੇ ਸਤਿਗੁਰੂ ਨੂੰ। ਅਸੀਂ ਨਗਰਾਂ ਵਿੱਚੋਂ ਲੰਘੀਏ ਤੇ ਯਾਦ ਆ ਹੀ ਜਾਂਦੀ ਨਾ ਵੀ ਉੱਥੇ ਕੀ ਕੀ ਵਾਪਰਿਆ। ਹੁਣ ਕੀਰਤਪੁਰ ਸਾਹਿਬ ਮਹਾਰਾਜ ਲੰਘ ਰਹੇ ਨੇ ਤੇ ਕੀਰਤਪੁਰ ਸਾਹਿਬ ਕਿਹਦੀ ਨਗਰੀ ਹੈ? 6ਵੇਂ ਪਾਤਸ਼ਾਹ ਦੀ। 6ਵੇਂ ਪਾਤਸ਼ਾਹ ਨੇ ਵਸਾਈ ਹੈ, 7ਵੇਂ ਪਾਤਸ਼ਾਹ ਨੇ ਵਸਾਈ ਹੈ। ਉੱਥੇ ਮਹਾਰਾਜ ਨੂੰ ਯਾਦ ਆਇਆ ਕਿ ਸਾਡੇ ਦਾਦਾ ਜੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਿਆ ਸਲਤਨਤ ਨੂੰ ਜ਼ੁਲਮੀ ਵੰਗਾਰ ਪਾਈ, ਤੇ ਉਸ ਦਾਦੇ ਬਾਰੇ ਜਿਹਦੇ ਬਾਰੇ ਕਿਹਾ, ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ, ਦੀਨ ਦੁਨੀਂਦਾ ਪਾਤਸ਼ਾਹ ਪਾਤਸ਼ਾਹੋਂ ਪਾਤਸ਼ਾਹ ਅਡੋਲਾ। ਆਪਣੇ ਸਾਰੇ ਪਹਿਲੇ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਕੀਤੀ। ਅਜੇ ਥੋੜ੍ਹਾ ਜਿਹਾ ਅੱਗੇ ਲੰਘੇ ਕਿਉਂਕਿ ਦਲ ਨੂੰ ਇਕੱਠਾ ਕਰਕੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਨੇ ਚਲਾਉਣ ਦੀ ਹਦਾਇਤ ਕੀਤੀ ਹੋਈ ਸੀ। ਇੰਨੇ ਨੂੰ ਜਦੋਂ ਖਵਾਜਾ ਮਰਦੂਦ ਵਰਗ
ਵਰਗਿਆਂ ਨੂੰ ਜਿਹੜੇ ਕਸਮ ਲੈ ਕੇ ਆਏ ਸਨ ਔਰੰਗਜ਼ੇਬ ਦੀ ਲਿਖੀ ਹੋਈ। ਜ਼ਬਰਦਸਤ ਖਾਂ ਵਰਗਿਆਂ ਨੂੰ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਜੀ ਦਾ ਦਲ, ਇਹਨਾਂ ਨੇ ਸੋਚਿਆ ਸੀ ਕਿ ਗੁਰੂ ਸਾਹਿਬ ਜੀ ਦਾ ਦਲ ਜਿਹੜਾ ਉਹ ਦਿਨ ਚੜ੍ਹੇ ਜਿਹੜਾ ਹੈ ਕਿਲ੍ਹਾ ਖਾਲੀ ਕਰੇਗਾ ਤੇ ਰਾਤ ਦਿਨ ਦੇ ਚਾਨਣੇ ਵਿੱਚ ਲੜਨਾ ਤੇ ਬੜਾ ਸੌਖਾ ਹੈ, ਬੜਾ ਜਲਦੀ ਘੇਰਾ ਘੱਤ ਕੇ ਮਾਰ ਦਿਆਂਗੇ। ਜਦੋਂ ਹੀ ਇਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਜੀ ਦਾ ਦਲ ਤਾਂ ਕੀਰਤਪੁਰ ਲੰਘ ਗਿਆ, ਅੱਗੇ ਵਧ ਰਿਹਾ ਦਲ, ਕਿਉਂਕਿ ਰਾਤ ਦੇ ਹਨੇਰੇ ਵਿੱਚ ਇਹਨਾਂ ਨੂੰ ਬਹੁਤਾ ਸਪਸ਼ਟ ਪਤਾ ਨਾ ਲੱਗਿਆ, ਤਾਂ ਫਿਰ ਇਹਨਾਂ ਨੇ ਰਿਸ ਦੇ ਮਾਰਿਆਂ ਨੇ ਉਸ ਵਕਤ, ਅਸੀਂ ਕਿਹਨੂੰ ਕੂੜਿਆਰੀ ਸੱਤਾ ਕਿਉਂ ਕਹਿੰਦੇ ਆ, ਕੂੜਿਆਰੀ ਇਹਨਾਂ ਨੂੰ ਸੱਤਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਭੁੱਲ ਚੁੱਕੇ ਹਨ ਕਿ ਅਜੇ ਅਸੀਂ 2 ਦਿਨ ਪਹਿਲਾਂ ਹੀ ਆਪਣੇ ਧਰਮ ਗ੍ਰੰਥ ਦੀ ਕਸਮ ਪੇਸ਼ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਹਦੇ ਵਿੱਚ ਕਿਹਾ ਕਿ ਤੁਸੀਂ ਅਨੰਦਪੁਰ ਸਾਹਿਬ ਨਗਰ ਛੱਡ ਜਾਓ, ਤੁਹਾਡੇ ਦਲ ਨੂੰ ਕੋਈ ਆਂਚ ਨਹੀਂ ਆਏਗੀ। ਪਰ ਖਵਾਜਾ ਮਰਦੂਦ ਵਰਗੇ ਹੁਣ ਇਹਨਾਂ ਨੇ ਕਸਮ ਤੋੜੀ ਕਿਉਂ? ਇਹਦੇ ਮਗਰ ਵੀ ਇੱਕ ਕਾਰਨ ਬੁੱਝਣਾ ਬਣਦਾ। ਹੁਣ ਜਿਹੜੇ 7 ਮਹੀਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੋਂ ਖਵਾਰ ਹੁੰਦੇ ਰਹੇ ਹੋਣ, ਜਿਨ੍ਹਾਂ ਨੇ ਹਜ਼ਾਰਾਂ ਤੀਰ ਮਾਰੇ, ਲੱਖਾਂ ਸੈਨਿਕ ਮਰਵਾਲੇ, ਹਜ਼ਾਰਾਂ ਤੋਪਾਂ ਦੇ ਗੋਲੇ ਚਲਾਏ, ਜਿਨ੍ਹਾਂ ਨੇ 7 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ ਤੇ ਮਹਾਰਾਜ ਦੇ ਇੰਚ ਵੀ ਨੇੜੇ ਨਹੀਂ ਫਟਕ ਸਕੇ। ਮਹਾਰਾਜ ਦੇ ਵੱਡੇ ਵੱਡੇ ਜਰਨੈਲ ਖਵਾਉਣ ਵਾਲੇ, ਜਿਨ੍ਹਾਂ ਨੇ 7 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ, ਸਭ ਤਰ੍ਹਾਂ ਦੇ ਜ਼ੁਲਮ ਕਰਕੇ, ਅਤਿਆਚਾਰ ਕਰਕੇ, ਜੰਗ ਦੀਆਂ ਤਰਕੀਬਾਂ ਵਰਤ ਕੇ ਦੇਖ ਲਈਆਂ, ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਕਲ ਦੇਖਣੀ ਵੀ ਨਸੀਬ ਨਹੀਂ ਹੋਈ। ਇਹਨਾਂ ਦੇ ਮਨ ਅੰਦਰ ਭਰੀ ਹੋਈ ਜ਼ਹਿਰ ਕਿ ਭਾਵੇਂ ਅਸੀਂ ਕਸਮ ਖਾਧੀ ਹੈ, ਪਰ ਜਿਸ ਮਰਦੇ ਕਾਮਲ ਨੇ ਸਾਨੂੰ 7 ਮਹੀਨੇ ਵਾਹਣੀ ਪਾ ਰੱਖਿਆ ਹੈ, ਸਾਡੀ ਜ਼ਿੰਦਗੀ ਭਰ ਦੀਆਂ ਜਿਹੜੀਆਂ ਸੈਨਿਕ ਰੁਤਬੇ ਸਨ, ਬਹਾਦਰੀਆਂ ਸਨ, ਕਿੱਸੇ ਸਨ, ਉਹਨਾਂ ਨੂੰ ਮਿੱਟੀ 'ਚ ਮਿਲਾ ਦਿੱਤਾ। ਅਸੀਂ ਇਹਦੇ ਨਾਲ ਇੱਕ ਵਾਰੀ ਜ਼ਰੂਰ ਸਿੱਝਣਾ। ਅੰਦਰ ਜਿਹੜੀ ਬਣੀ ਹੋਈ ਜ਼ਹਿਰ ਹੈ ਬਦਲੇ ਦੀ ਇਹਨਾਂ ਦੀ, 7 ਮਹੀਨੇ ਮਹਾਰਾਜ ਨੇ ਇਹਨਾਂ ਨੂੰ ਵਕਤ ਪਾਈ ਛੱਡਿਆ, ਭਾਵੇਂ ਮਹਾਰਾਜ ਕਿਲੇ ਅੰਦਰ ਸਨ। ਇਹ ਭੁੱਲ ਗਏ ਕਿ ਅਸੀਂ ਕਸਮ ਖਾਧੀ ਹੈ, ਤੇ ਇਹ ਵੀ ਭੁੱਲ ਗਏ ਕਿ ਕਸਮ ਸਾਡੇ ਬਾਦਸ਼ਾਹ ਨੇ ਖਾਧੀ ਹੈ, ਤੇ ਉਹਦੇ ਵਿੱਚ ਅਸੀਂ ਸਾਰੇ ਆਉਂਦੇ ਹਾਂ। ਜਦੋਂ ਹੀ ਚੱਲਿਆ ਖਵਾਜਾ ਮਰਦੂਦ ਨੇ ਕਹਿੰਦੇ ਉੱਚੀ ਉੱਚੀ ਰੌਲਾ ਪਾ ਦਿੱਤਾ ਤੇ ਐਲੀ ਐਲੀ ਦੇ ਨਾਰੇ ਗੁੰਜਾਏ। ਜ਼ਬਰਦਸਤ ਖਾਨ ਕਹਿਣ ਲੱਗਾ ਨਾਰੇ ਕਿਉਂ ਲਾ ਰਹੇ ਆ? ਖਵਾਜਾ ਮਰਦੂਦ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਲੇ ਵਿੱਚੋਂ ਨਿਕਲ ਗਏ ਨੇ ਤੇ ਆਪਣੇ ਦਲ ਦੇ ਨਾਲ ਉਹ ਕੀਰਤਪੁਰ ਦੀ ਜੂਹ ਲੰਘ ਚੱਲੇ ਨੇ। ਜੇ ਕੁਝ ਹੋਰ ਦੇਰੀ ਕੀਤੀ ਤੇ ਐਸਾ ਹੋਏਗਾ ਕਿ ਮੁੜ ਕੇ ਉਹ ਸਾਡੇ ਹੱਥ ਨਹੀਂ ਆਉਣਗੇ। ਇਸ ਕਰਕੇ ਜਲਦੀ ਜਲਦੀ ਦਲਾਂ ਨੂੰ ਸੰਭਾਲ ਕੇ ਮਗਰ ਧਾਵਾ ਕਰਕੇ ਪੈ ਜੇ। ਜ਼ਬਰਦਸਤ ਖਾਂ ਵਰਗਾ ਉਹਨੇ ਵੀ ਜਦੋਂ ਸੁਣਿਆ ਇਹਨਾਂ ਨੂੰ ਬਦਲੇ ਦੀ ਅੱਗ ਵਿੱਚ ਅੰਨੇ ਹੋਇਆਂ ਨੂੰ ਆਪਣਾ ਧਰਮ ਨਾ ਦੇਖਿਆ ਕਿ ਅਸੀਂ ਕਸਮ ਦੇ ਕੇ ਆਏ, ਕਸਮਾਂ ਛਿੱਕੇ ਟੰਗੀਆਂ, ਸਾਰੇ ਦਲ ਨੂੰ ਵੰਗਾਰਦੇ ਹੋਏ ਜਲਦੀ ਨਾਲ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਲ ਨਿਕਲ ਗਿਆ, ਮਗਰ ਧਾਵਾ ਕਰਕੇ ਪੈ ਜਾਓ। ਮਹਾਰਾਜ ਇੰਨੇ ਚਿਰ ਨੂੰ ਨਿਰਮੋਹਗੜ੍ਹ ਪਹੁੰਚ ਗਏ, ਜਿੱਥੇ ਮਹਾਰਾਜ ਦਾ ਇੱਕ ਜੰਗ ਵੀ, ਉੱਥੇ ਸ਼ਾਹੀ ਟਿੱਬੀ ਸੀ, ਉੱਚੇ ਥਾਂ ਮਹਾਰਾਜ ਨਿਕਲ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਮਗਰੋਂ ਆਉਂਦੀਆਂ ਹੋਈਆਂ ਫੌਜਾਂ ਦਾ ਸ਼ੋਰ ਸੁਣਿਆ, ਐਲੀ ਐਲੀ ਦੇ ਨਾਰੇ ਮਾਰ ਰਹੇ ਨੇ, ਮਾਰ ਲਓ, ਫੜ ਲਓ, ਲੁੱਟ ਲਵੋ ਦੀਆਂ ਗੱਲਾਂ ਕਰ ਰਹੇ ਨੇ। ਤੇ ਗੁਰੂ ਸਾਹਿਬ ਜੀ ਦੇ ਨਾਲ ਭਾਈ ਉਦੈ ਸਿੰਘ ਸਨ। ਮਹਾਰਾਜ ਦੇ ਨਾਲ ਜਿਹੜੇ ਸਿੰਘ ਸਨ ਇਕੱਲੇ ਸੂਰਬੀਰ ਨਹੀਂ ਸਨ, ਬੜੇ ਵੱਡੇ ਯੁੱਧ ਨੀਤੀਵਾਨ ਵੀ ਸਨ। ਮਹਾਰਾਜ ਭਾਈ ਉਦੈ ਸਿੰਘ ਕਹਿਣ ਲੱਗੇ ਮਹਾਰਾਜ ਘੋੜਾ ਨਾਲ ਕਰਕੇ ਉਹਨਾਂ ਦੇ, ਮਹਾਰਾਜ ਹਜੂਰ ਪਾਤਸ਼ਾਹ ਜਿਹੜਾ ਤੁਹਾਡੇ ਬਚਨਾਂ ਅਨੁਸਾਰ ਵੈਰੀ ਨੇ ਕਸਮ ਤੋੜ ਦਿੱਤੀ ਹੈ, ਤੇ ਆਪ ਜੀ ਨੂੰ ਇਲਮ ਹੈ ਕਿ ਦਲ ਕਿੱਡਾ ਵੱਡਾ ਹੈ ਸਾਡੇ ਮਗਰ, ਤੇ ਅਸੀਂ ਹਾਂ ਸੈਂਕੜੇ ਗਿਣਤੀ ਦੇ ਵਿੱਚ, ਹਜ਼ਾਰਾਂ ਵੀ ਨਹੀਂ ਹੈਗੇ, ਸੈਂਕੜੇ ਹਾਂ। ਮਹਾਰਾਜ ਕੀ ਹੁਕਮ ਹੈ? ਮਹਾਰਾਜ ਕਹਿਣ ਲੱਗੇ ਦਲ ਦਾ ਰੌਂ ਵੇਖੋ। ਭਾਈ ਉਦੈ ਸਿੰਘ ਕਹਿਣ ਲੱਗਾ ਮਹਾਰਾਜ ਜਿੰਨੀਆਂ ਆਵਾਜ਼ਾਂ ਗੂੰਜਦੀਆਂ ਆ ਰਹੀਆਂ ਨਾ, ਮੇਰੇ ਮੁਕਾਬਲਤਨ, ਮੇਰੇ ਅੰਦਾਜ਼ੇ ਅਨੁਸਾਰ, ਸਮਝ ਅਨੁਸਾਰ 2.5 ਤੋਂ 3 ਲੱਖ ਦਾ ਜਿਹੜਾ ਦਲ ਹੈ ਉਹ ਸਾਡੇ ਮਗਰ ਪਿਆ ਹੋਇਆ ਹੈ। ਤੇ ਮਹਾਰਾਜ ਅਸੀਂ ਜੇ ਥੋੜਾ ਹੋਰ ਦੇਰੀ ਕੀਤੀ ਤੇ ਚੌਤਰਫਾ ਸਾਨੂੰ ਘੇਰ ਲਏਗਾ। ਨਾ ਸਾਡੇ ਕੋਲ ਕਿਲਾ ਹੈ, ਨਾ ਕੋਈ ਗੜੀ ਹੈ, ਨਾ ਕਿਸੇ ਤਰ੍ਹਾਂ ਦੀ ਕੋਈ ਥੰਮ ਹੈ, ਨਾ ਕਿਸੇ ਵੱਡੇ ਨਗਰ ਵਿੱਚ ਲੁਕ ਸਕਦੇ ਹਾਂ। ਰੜੇ ਮੈਦਾਨ ਹੈ, ਪੋਹ ਦਾ ਵਰਦਾ ਹੋਇਆ ਕਹਿਰ ਹੈ, ਤੇ ਇੰਨੇ ਦਲ ਨੂੰ ਇੰਨੇ ਛੋਟੇ ਥਾਂ ਤੇ ਲੜਨਾ ਤੇ ਸਾਰਾ ਕੁਝ ਗਵਾਉਣ ਦੇ ਬਰਾਬਰ ਹੈ। ਕੀ ਆਗਿਆ? ਮਹਾਰਾਜ ਕਹਿਣ ਲੱਗੇ ਭਾਈ ਉਦੈ ਸਿੰਘ, ਜੇ ਤੈਨੂੰ ਯੁੱਧ ਦੀ ਨੀਤੀ ਸਮਝ ਆਉਂਦੀ ਹੈ ਤੇ ਤੂੰ ਸ਼ਾਹੀ ਟਿੱਬੀ ਤੇ ਚੜ੍ਹ ਕੇ ਆ 50 ਸੂਰਮਿਆਂ ਦੀ ਕਮਾਂਡ ਲੈ ਕੇ ਉੱਪਰ ਡਟ ਜਾ ਚੰਗੀ ਤਰ੍ਹਾਂ, ਅਸੀਂ ਬਾਕੀ ਦਲ ਨੂੰ ਲੈ ਕੇ ਅੱਗੇ ਵਧਦੇ।
ਕਹਿਣ ਲੱਗੇ ਮਹਾਰਾਜ ਨੇ ਚੱਲਣ ਤੋਂ ਪਹਿਲਾਂ ਇਹਨੂੰ ਆਪਣਾ ਲਿਬਾਸ ਦੇ ਦਿੱਤਾ। ਇਹ ਜ਼ਿਕਰ ਮਿਲਦਾ ਇਤਿਹਾਸ 'ਚ, ਕਈ ਨਹੀਂ ਵੀ ਮਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਿਰਮੋਹਗੜ੍ਹ ਦੀ ਸ਼ਾਹੀ ਟਿੱਬੀ ਤੋਂ ਥੋੜਾ ਜਿਹਾ ਅੱਗੇ ਚੱਲਣ ਦੀ ਰੌਂ ਵਿੱਚ ਨੇ। ਇੱਥੇ ਹੁਣ ਮਹਾਰਾਜ ਦਾ ਵਰਦਨਾ ਕਿਉਂ ਰੁਕਦਾ ਬਾਰ-ਬਾਰ, ਸਿੱਧਾ ਕਿਉਂ ਨਹੀਂ ਚਲੇ ਜਾ ਰਹੇ। ਹੁਣ ਜਦੋਂ ਇਹ ਪਤਾ ਲੱਗ ਜਾਏ ਕਿ ਮਗਰ 2-4 ਲੱਖ ਦਾ ਦਲ ਚੜਿਆ ਹੋਇਆ ਤੇ ਆਪ ਵੀ ਕਿਸੇ ਮੰਜ਼ਿਲ ਵੱਲ ਜਾਣਾ, ਨਾਲ ਦਿਆਂ ਨੂੰ ਬਚਾਉਣਾ, ਇਹ ਥੋੜਾ ਕਿ ਰਾਹ ਦੇ ਵਿੱਚ ਹੀ ਵਧਣਾ ਵੀ ਹੈ, ਲੜਨਾ ਵੀ ਹੈ, ਬਚਾਅ ਵੀ ਕਰਨਾ, ਸਾਰੀਆਂ ਗੱਲਾਂ ਇਕੱਠੀਆਂ ਕਰਨੀਆਂ ਨੇ। ਗੁਰੂ ਸਾਹਿਬ ਜੀ ਨੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ਤੇ ਲੜਨ ਦੇ ਲਈ ਕਿਹਾ ਕਿ ਤੀਰਾਂ ਦਾ ਯੁੱਧ ਕਰਿਓ। ਭਾਈ ਉਦੈ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਹਨ, ਜਿਨ੍ਹਾਂ ਨੇ ਕਦੇ ਕੇਸਰੀ ਚੰਦ ਦਾ ਸਿਰ ਵੱਢ ਕੇ ਦੀਨਾ ਬੇਗ ਵਰਗੇ ਘਾਇਲ ਕੀਤੇ ਹਨ, ਜਿਨ੍ਹਾਂ ਨੇ ਪਹਾੜੀਆਂ ਦੇ ਵਿੱਚੋਂ ਬੜੇ ਰਾਜਿਆਂ ਨੂੰ ਮਾਰ ਮੁਕਾਇਆ। ਉਹ ਭਾਈ ਉਦੈ ਸਿੰਘ ਜੀ ਸ਼ਾਹੀ ਟਿੱਬੀ ਤੇ ਖਲੋ ਗਏ, ਆਪਣੀ ਤੀਰ ਕਮਾਨ ਸ਼ਿਸ਼ਤ ਕਰ ਲਈ। ਅੱਗੇ ਵੀ ਭਾਈ ਉਦੈ ਸਿੰਘ ਦੇ ਤੀਰ ਮਸ਼ਹੂਰ ਹਨ, ਆਪਣੇ ਆਲੇ ਦੁਆਲੇ ਤੀਰਾਂ ਦੇ ਪਰਕਸ਼ ਭਰੇ ਹੋਏ ਹਨ। ਨਾਲ ਦੇ ਸਿੰਘਾਂ ਨੂੰ ਕਿਹਾ ਕਿ ਤੀਰਾਂ ਦਾ ਯੁੱਧ ਕਰਨਾ ਤੇ ਵਿਅਰਥ ਜਿਹੜਾ ਤੀਰ ਨਹੀਂ ਮਾਰਨਾ। ਜਿਵੇਂ ਜਿਵੇਂ ਦੁਸ਼ਮਣ ਦਾ ਨੇੜੇ ਆਉਣਾ ਸੁਣੋ, ਉਵੇਂ ਉਵੇਂ ਤੀਰਾਂ ਦੀ ਵਰਖਾ ਗਹਿਰੀ ਕਰਦੇ ਜਾਓ। ਇੰਨੇ ਜਿਹਨੂੰ ਖਵਾਜਾ ਮਰਦੂਦ ਦਾ ਦਲ, ਜ਼ਬਰਦਸਤ ਖਾਂ ਦਾ ਦਲ, ਦਿਲਾਵਰ ਖਾਂ ਦੀਆਂ ਸੈਨਿਕ ਟੁਕੜੀਆਂ, ਪਤਾ ਤਾਂ ਇਹਨਾਂ ਨੂੰ ਪੂਰਾ ਹੈ ਨਹੀਂ ਸੀ ਗੁਰੂ ਸਾਹਿਬ ਜੀ ਕਿਹੜੀ ਤਰਫ ਲੰਘੇ ਹਨ, ਪਰ ਸਬੱਬ ਵਾਸਤੇ ਇਹਨਾਂ ਦੀਆਂ ਸੈਨਿਕ ਟੁਕੜੀਆਂ ਇੱਥੇ ਆ ਪਹੁੰਚੀਆਂ ਸ਼ਾਹੀ ਟਿੱਬੀ ਦੇ ਨੇੜੇ। ਜਦੋਂ ਸ਼ਾਹੀ ਟਿੱਬੀ ਤੋਂ ਛੂਕਦੇ ਹੋਏ ਤੀਰ ਇਹਨਾਂ ਤੁਰਕਾਂ ਮੁਗਲਾਂ ਦੇ ਸੀਨਿਆਂ ਵਿੱਚ, ਛਾਤੀਆਂ ਵਿੱਚ, ਪੇਟ ਵਿੱਚ, ਪੱਟਾਂ ਵਿੱਚ, ਗੋਡਿਆਂ ਵਿੱਚ, ਲੋਹੇ ਦੇ ਟੋਪਾਂ ਵਿੱਚ ਆ ਕੇ ਵੱਜੇ ਤੇ ਇਹਨਾਂ ਨੂੰ ਪੈ ਗਿਆ ਭੁਲੇਖਾ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਵਧਣ ਲੱਗੇ। ਖਵਾਜੇ ਮਰਦੂਦ ਨੂੰ ਉੱਚੀ ਉੱਚੀ ਨਾਅਰੇ ਮਾਰ ਕੇ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਗਏ, ਇੱਥੇ ਲੜ ਕੇ ਯੁੱਧ ਕਰ ਰਹੇ ਹਨ, ਸੋ ਇੱਥੇ ਡਟ ਕੇ ਯੁੱਧ ਕਰੋ। ਇਹਨਾਂ ਨੂੰ ਸੁੱਧ ਭੁੱਲ ਗਈ, ਐਂ ਥੋੜਾ ਯੁੱਧ ਹੋਇਆ ਕਿਤੇ। ਇਹਨਾਂ ਨੂੰ ਭੁਲੇਖਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਇਦ ਇੱਥੇ ਡਟ ਗਏ ਹਨ, ਕਿਉਂਕਿ ਮਹਾਰਾਜ ਨੇ ਨਿਰਮੋਹਗੜ੍ਹ ਪਹਿਲਾਂ ਵੀ ਮਹਾਰਾਜ ਆਏ ਸਨ। ਇਹਨਾਂ ਨੇ ਤੀਰਾਂ ਤੋਂ ਅੰਦਾਜ਼ਾ ਲਾ ਲਿਆ ਵੀ ਇੰਨੀ ਤੇਜ਼ੀ ਨਾਲ ਤੀਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਮਾਰ ਸਕਦੇ ਨੇ ਕਿ ਇੱਕ ਤੀਰ ਵੱਜਣ ਡਿਆ ਹੋਵੇ ਤਾਂ ਉਹਦੇ ਮਗਰੇ ਆ ਕੇ 2-2 3-3 ਤੀਰ ਵੱਜ ਜਾਣ। 50 ਸਿੰਘ ਨਾਲ ਨੇ। ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਤੇ ਇਹ ਉੱਥੇ ਹੀ ਡਟ ਕੇ ਲੜਾਈ ਕਰਨ ਲੱਗ ਪਏ। ਜ਼ਿਕਰ ਮਿਲਦਾ ਕਿ ਭਾਈ ਉਦੈ ਸਿੰਘ ਨੇ ਜਦੋਂ ਬਾਣੀ 'ਚ ਵਾਕ ਹੁੰਦਾ, ਜਬ ਆਵ ਕੀ ਔਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝੁ, ਦਸਮ ਪਾਤਸ਼ਾਹ ਦੇ ਵਾਕ ਨੇ। ਇੰਨਾ ਜ਼ਿਆਦਾ ਰੋਹ ਚੜਿਆ ਭਾਈ ਉਦੈ ਸਿੰਘ ਨੂੰ। ਜ਼ਿਕਰ ਮਿਲਦਾ ਕਿ ਉਹਨੇ 2-2 3-3 ਤੀਰ ਆਪਣੇ ਕਮਾਨ ਤੇ ਚੜ੍ਹ ਕੇ ਇੰਨੇ ਜ਼ੋਰ ਦੇ ਨਾਲ ਛੱਡੇ ਕਿ ਰਾਤ ਦੇ ਵਿੱਚ ਬਦਲੇ ਦੀ ਅੱਗ ਵਿੱਚ ਅੰਨੇ ਹੋਏ ਦੀਨ ਧਰਮ ਨੂੰ ਛਿੱਕੇ ਟਾਂਕੇ ਆਏ ਤੁਰਕ ਇੰਜ ਮਰਨਾ ਸ਼ੁਰੂ ਹੋਏ ਜਿਵੇਂ ਗੜਿਆਂ ਦੀ ਮਾਰ ਦੇ ਵਿੱਚ ਫਸਲ ਮਰਦੀ ਏ। ਦਸਵੇਂ ਪਾਤਸ਼ਾਹ ਦੀ ਅਗੰਮੀ ਕਲਾ ਵਰਤ ਰਹੀ ਹੈ। ਇੱਕ ਤੀਰ 2-2 4-4 ਨੂੰ ਵਿੰਨਦਾ ਹੈ। ਬੜੇ ਦਲ ਦੇ 70 ਵਿਛਾ ਦਿੱਤੇ। ਭਾਈ ਉਦੈ ਸਿੰਘ ਨੇ ਫਿਰ ਮੁਗਲਾਂ ਦੇ ਦਲ ਹਾਵੀ ਹੋ ਗਿਆ, ਉੱਪਰ ਚੜ ਗਿਆ। ਭੀਮ ਚੰਦ ਦਾ ਮੁੰਡਾ ਅਜਮੇਰ ਚੰਦ ਅੱਗੇ ਜਾ ਕੇ ਉਹਨਾਂ ਵੱਡਾ ਯੁੱਧ ਕੀਤਾ। ਬੜੇ ਸਿੰਘ ਘਾਇਲ ਹੋ ਗਏ ਤੇ ਫਿਰ ਹੱਥਾਂ ਵੱਥੀ ਯੁੱਧ ਹੋਇਆ। ਹੱਥਾਂ ਵੱਥੀ ਯੁੱਧ ਦਾ ਮਤਲਬ ਤੀਰ ਮੁੱਕ ਗਏ ਤੇ ਹੁਣ ਤਲਵਾਰਾਂ ਦੇ ਨਾਲ ਸ਼ਾਹੀ ਟਿੱਬੀ ਤੋਂ ਨੇੜੇ ਹੇਠਾਂ ਆ ਕੇ ਲੜੇ। ਬੜਾ ਗਹਿ ਗੱਜ ਯੁੱਧ ਹੋਇਆ ਤੇ ਇਸ ਯੁੱਧ ਦੇ ਵਿੱਚ ਜਦੋਂ ਇਹਨਾਂ ਨੇ ਅਜਮੇਰ ਚੰਦ ਵਰਗਿਆਂ ਨੇ ਬੜੇ ਜ਼ੋਰ ਦੇ ਨਾਲ ਹੇਲਾ ਕਰਕੇ ਭਾਈ ਉਦੈ ਸਿੰਘ ਨੂੰ ਘੇਰ ਲਿਆ ਤੇ ਇੱਕ ਤਲਵਾਰ ਦੇ ਵਾਰ ਨਾਲ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਤੇ ਖੁਸ਼ੀ ਦੇ ਵਿੱਚ ਬੜੇ ਉਛਲੇ, ਬੜੀਆਂ ਚਿੰਗਾਰਾਂ ਮਾਰੀਆਂ, ਲਲਕਾਰੇ ਮਾਰੇ ਇਹਨਾਂ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿਰ ਵੱਢ ਲਿਆ, ਜਿਹੜਾ 7 ਮਹੀਨੇ ਸਾਡੇ ਹੱਥ ਵਿੱਚ ਨਹੀਂ ਆਇਆ। ਖਵਾਜੇ ਮਰਦੂਦ ਵਰਗੇ ਇਸ ਕਰਮ ਨੂੰ ਕਰਕੇ, ਇਸ ਸੂਰਬੀਰ ਸਿੰਘ ਨੂੰ ਸ਼ਹੀਦ ਕਰਕੇ ਅੰਨੇ ਹੋ ਗਏ। ਭੱਜੇ ਗਏ ਜਾ ਕੇ ਅਜਮੇਰ ਚੰਦ ਦੇ ਕੋਲ। ਕਹਿਣ ਲੱਗੇ ਜ਼ਿੰਦਗੀ ਦੀ ਸਭ ਤੋਂ ਵੱਡੀ ਮਿਮ ਫਤਿਹ ਹੋ ਗਈ, ਸੀਸ ਚੁੱਕ ਕੇ ਲੈ ਗਏ। ਉਹਨੇ ਕਿਹਾ ਕਿ ਮਸ਼ਾਲ ਜਗਾਓ ਜਰਾ। ਮਸ਼ਾਲ ਜਗਾਈ, ਸੀਸ ਵੇਖਿਆ। ਅਜਮੇਰ ਚੰਦ ਨੇ ਝਿੜਕ ਪਾਉਂਦਿਆਂ ਕਿਹਾ ਖਵਾਜੇ ਮਰਦੂਦ ਦੇ ਨਾਲ ਦਿਆਂ ਨੂੰ, ਕਹਿਣ ਲੱਗਾ ਜਿਹੜਾ 7 ਮਹੀਨੇ ਜਿਹਦੀ ਸ਼ਕਲ ਤੱਕ ਨਹੀਂ ਤੁਸੀਂ ਦੇਖ ਸਕੇ, ਕੀ ਉਹ ਇੰਨਾ ਹਲਕਾ ਯੁੱਧ ਲੜੇਗਾ ਕਿ ਤੁਹਾਡੇ ਪਹਿਲੇ ਪ੍ਰਹਾਰ 'ਚ ਮਾਰਿਆ ਜਾਏਗਾ? ਉਹ ਤੁਹਾਡੀਆਂ ਅੱਖਾਂ ਵਿੱਚ ਘੱਟਾ ਪਾ ਕੇ ਲੱਖਾਂ ਦੇ ਦਲ ਨੂੰ ਮੂਰਖ ਬਣਾ ਕੇ ਅੱਗੇ ਨਿਕਲ ਗਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ, ਉਹਦਾ ਬੜਾ ਵੱਡਾ ਸੈਨਾਪਤੀ ਜਿਹਨੇ ਅੱਗੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ, ਇਹ ਉਦੈ ਸਿੰਘ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਿੱਖ ਭਾਈ ਮਨੀ ਸਿੰਘ ਦਾ ਪੁੱਤਰ, ਗੁਰੂ ਗੋਬਿੰਦ ਸਿੰਘ ਦੇ ਸਾਰੇ ਯੁੱਧਾਂ ਵਿੱਚ ਇਹ ਸ਼ਾਮਲ ਰਿਹਾ। ਇਹ ਉਹ ਹੈ, ਇਹਦੀ ਸ਼ਕਲ ਮਹਾਰਾਜ ਦੇ ਨਾਲ ਰਲਦੀ ਹੈ। ਖਵਾਜੇ ਮਰਦੂਦ ਜ਼ਬਰਦਸਤ ਖਾਂ ਵਰਗਿਆਂ ਨੂੰ
ਪਛਤਾਉਣਾ ਪੈ ਗਿਆ ਕਿ ਆਪਾਂ ਤਾਂ ਇੰਨੇ ਚਿਰ ਨੂੰ ਮਹਾਰਾਜ ਸ਼ਾਹੀ ਟਿੱਬੀ ਤੋਂ ਅੱਗੇ ਲੰਘ ਗਏ। ਇਹਨਾਂ ਨੇ ਮੁੜ ਕੇ ਹੱਲਾ ਕਰਦੇ ਮਗਰ ਜ਼ਿਕਰ ਮਿਲਦਾ ਕਿ ਭਾਈ ਉਦੈ ਸਿੰਘ ਨੇ 12 ਘੜੀਆਂ ਤੱਕ ਜੂਝਦੇ ਰਹੇ, 5 ਘੰਟੇ ਤੱਕ ਉਸ ਦਲ ਨੂੰ ਥੰਮ ਪਾ ਕੇ ਰੱਖਿਆ, ਥੰਮੀ ਰੱਖਿਆ। ਕਿੰਨੀ ਵੱਡੀ ਬਹਾਦਰ ਸੂਰਬੀਰਤਾ ਹੋਵੇਗੀ ਕਿ ਲੱਖਾਂ ਦੇ ਦਲ ਨੂੰ 5 ਘੰਟੇ ਅਟਕਾਈ ਰੱਖਣਾ, ਉਹ ਵੀ ਆਪਣੀ ਤੀਰਾਂ ਬੰਦੂਕਾਂ ਦੇ ਆਸਰੇ। ਕਿੱਡੀ ਵੱਡੀ ਸੂਰਬਾ ਇਹ ਮਹਾਰਾਜ ਨੇ ਸਾਜੀ ਹੋਈ। ਅੱਗੇ ਜਦੋਂ ਇਹ ਦਲ ਵੱਧ ਗਿਆ ਤੇ ਇਹਨਾਂ ਨੇ ਦੇਖਿਆ ਕਿ ਮਹਾਰਾਜ ਨਿਰਮੋਹਗੜ੍ਹ ਤੋਂ ਸ਼ਾਹੀ ਟਿੱਬੀ ਤੋਂ ਅੱਗੇ ਲੰਘ ਗਏ ਹਨ ਤੇ ਮਹਾਰਾਜ ਜਿਹੜੇ ਹਨ ਉਹ ਅੱਗੇ ਜਾਣ ਲਈ ਕਾਹਲੇ ਹਨ। ਅੱਗੇ ਗੁਰੂ ਸਾਹਿਬ ਜੀ ਗਏ ਤੇ ਜਦੋਂ ਝੱਖੀਆਂ ਪਿੰਡ ਦੀ ਜੂਹ ਆਈ ਤੇ ਉਹਦੇ ਵਿੱਚੋਂ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਤੇ ਇਹਨਾਂ ਦੇ ਨਾਲ ਇੱਕ ਬੀਬੀ ਸੁਪਿੱਖਾਂ ਸੀ ਜਿਹੜੀ ਭਾਈ ਬੱਜਰ ਸਿੰਘ ਦੀ ਪੁੱਤਰੀ ਸੀ ਤੇ ਭਾਈ ਆਲਮ ਸਿੰਘ ਨੱਚਣ। ਝੱਖੀਆਂ ਪਿੰਡ ਦੀ ਜੂਹ ਵਿੱਚ ਆਲੇ ਦੁਆਲੇ ਤੋਂ ਆਈਆਂ ਵਾਰਾਂ ਨੇ ਇੰਨਾ ਜ਼ਿਆਦਾ ਜ਼ੋਰ ਪਾ ਲਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਆਲਮ ਸਿੰਘ ਨੱਚਣਾ, ਭਾਈ ਬਚਿੱਤਰ ਸਿੰਘ ਤੇ ਭਾਈ ਜੀਵਨ ਸਿੰਘ ਤੇ ਬੀਬੀ ਸੁਪਿੱਖਾਂ, ਭਿੱਖਾਂ ਵੀ ਨਾਮ ਮਿਲਦਾ ਇਹਦਾ, ਭਾਈ ਬੱਜਰ ਸਿੰਘ ਦੀ ਪਤਨੀ ਸੀ। ਭਾਈ ਜੀਵਨ ਸਿੰਘ ਨੂੰ ਉਸ ਵਕਤ ਕਹਿਣ ਲੱਗੇ ਸਾਹਿਬਜ਼ਾਦਾ ਅਜੀਤ ਸਿੰਘ 10ਵੇਂ ਪਾਤਸ਼ਾਹ ਵੱਲ ਖਬਰ ਭੇਜੋ, ਮਹਾਰਾਜ ਇਸ ਦਲ ਬੜਾ ਘਿਰ ਗਿਆ, ਕਿਵੇਂ ਅੱਗੇ ਲੰਘਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤੁਰੰਤ ਹੁਕਮ ਭੇਜਿਆ ਕਿ ਇੱਥੇ ਭਾਈ ਜੀਵਨ ਸਿੰਘ ਭਾਈ ਆਲਮ ਸਿੰਘ ਦੇ ਨਾਲ ਡਟ ਕੇ ਟੱਕਰ ਲੈਣ, ਬਾਕੀ ਸਾਰਾ ਦਲ ਅੱਗੇ ਆ ਜਾਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਉਂ ਰਾਹ ਵਿੱਚ ਰੁਕੇ ਨਾ, ਜਲਦੀ ਵਾਧਾ ਆਵੇ। ਇੱਥੇ ਝੱਖੀਆਂ ਪਿੰਡ ਦੀ ਜੂਹ ਦੇ ਵਿੱਚ ਭਾਈ ਆਲਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮਦਨ ਸਿੰਘ ਤੇ ਬੀਬੀ ਭਿੱਖਾਂ। ਬੀਬੀ ਭਿੱਖਾਂ ਕੌਣ ਹੈ ਇਹ ਵੀ ਜ਼ਿਕਰ ਕਰ ਦੇਵਾਂ। ਸਾਡੇ ਜਿਹੜੇ ਇਤਿਹਾਸ ਦੇ ਵਿੱਚ ਇਸਤਰੀਆਂ ਵੀ ਸ਼ਹੀਦ ਹੋਈਆਂ ਨੇ। ਭਾਈ ਬੱਜਰ ਸਿੰਘ ਸੀ ਗੁਰੂ ਸਾਹਿਬ ਜੀ ਦਾ ਇੱਕ ਸਿੱਖ ਜਿਹੜਾ 10ਵੇਂ ਪਾਤਸ਼ਾਹ ਨੂੰ ਸ਼ਸਤਰ ਵਿੱਦਿਆ ਸਿਖਾਇਆ ਕਰਦਾ ਸੀ। ਉਹਦੀ ਬੇਟੀ ਸੀ ਬੀਬੀ ਭਿੱਖਾਂ, ਇਹਨੂੰ ਭਿੱਖਾ ਸਿੰਘ ਵੀ ਕਹਿੰਦੇ ਨੇ। ਅੰਮ੍ਰਿਤ ਛਕ ਕੇ ਭਿੱਖਾ ਸਿੰਘ ਸੱਜ ਗਈ ਸੀ। ਮਰਦਾਵਾਂ ਚਾਲ ਢਾਲ ਸੀ ਇਹਦਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਰੋਜ਼ਾਨਾ ਸ਼ਸਤਰ ਅਖਾੜੇ ਵਿੱਚ ਭਾਈ ਬੱਜਰ ਸਿੰਘ ਕੋਲੋਂ ਸ਼ਸਤਰ ਵਿੱਦਿਆ ਸਿੱਖਦੇ ਸਨ। ਇਹ ਵੀ ਹਮ ਉਮਰ ਸੀ, ਇਹ ਵੀ ਰੋਜ਼ ਅਖਾੜੇ ਵਿੱਚ ਆਇਆ ਕਰਦੀ। ਇਸ ਇਤਿਹਾਸ ਨੇ ਲਿਖਿਆ ਕਿ ਮਹਾਰਾਜ ਇਹਨੂੰ ਆਪਣੀ ਧਰਮ ਦੀ ਭੈਣ ਕਿਹਾ ਕਰਦੇ ਸਨ ਕਿਉਂਕਿ ਭਾਈ ਬੱਜਰ ਸਿੰਘ ਮਹਾਰਾਜ ਦੇ ਉਸਤਾਦ ਸਨ। ਇਹ ਵੀ ਜਿਹੜੀ ਸ਼ਹੀਦ ਇਸਤਰੀ ਫਿਰ ਗੁਰੂ ਸਾਹਿਬ ਜੀ ਨੇ ਦਾ ਵਿਆਹ ਆਪਣੇ ਬੜੇ ਸੂਰਬੀਰ ਸਿੰਘ ਭਾਈ ਆਲਮ ਸਿੰਘ ਨੱਚਣਾ ਦੇ ਨਾਲ। ਨੱਚਣਾ ਉਹਨੂੰ ਤਾਂ ਕਹਿੰਦੇ ਸਨ ਕਿ ਬੜੀ ਫੁਰਤੀ ਨਾਲ ਯੁੱਧ ਲੜਦਾ ਸੀ। ਬੀਬੀ ਭਿੱਖਾਂ ਕਹਿਣ ਲੱਗੀ ਭਾਈ ਜੀਵਨ ਸਿੰਘ ਨੂੰ, ਆਪਣੇ ਪਤੀ ਆਲਮ ਸਿੰਘ ਨੂੰ ਕਿ ਬਾਕੀ ਦਲ ਅੱਗੇ ਨਿਕਲ ਜਾਓ, ਅਸੀਂ ਇੱਥੇ ਕਮਾਨ ਕਰਾਂਗੇ, ਡਟ ਕੇ ਯੁੱਧ ਲੜਾਂਗੇ ਇੱਥੇ। ਉਸ ਸਮੇਂ ਫਿਰ ਗੁਰੂ ਸਾਹਿਬ ਜੀ ਦੇ ਜਦੋਂ ਇਹ ਵੱਡਾ ਦਲ ਚੜ ਕੇ ਆ ਗਿਆ, ਇਹਨਾਂ ਦਾ ਵਾਹਰ ਚੜ ਕੇ ਆ ਗਈ। ਵਾਹਰ ਦਾ ਮਤਲਬ ਜਿਹਨੂੰ ਪਤਾ ਨਹੀਂ ਕਿੱਧਰ ਜਾਣਾ, ਪਰ ਅਚਾਨਕ ਜਦੋਂ ਇਹਨਾਂ ਨੇ ਤੀਰਾਂ ਛੱਡ ਕੇ ਆਮੰਤਰਿਤ ਕਰ ਦਿੱਤਾ ਤੇ ਉਸ ਸਮੇਂ ਫਿਰ ਬੀਬੀ ਭਿੱਖਾਂ, ਭਾਈ ਆਲਮ ਸਿੰਘ ਨੱਚਣਾ, ਭਾਈ ਜੀਵਨ ਸਿੰਘ ਗਹਿ ਗੱਚ ਯੁੱਧ ਲੜਦੇ ਰਹੇ ਤੇ ਕਹਿੰਦੇ 4 ਘੜੀਆਂ ਤੱਕ ਬੀਬੀ ਭਿੱਖਾਂ ਨੇ ਆਪਣੀ ਸਾਥੀ ਸਿੰਘਾਂ ਸਮੇਤ ਦੁਸ਼ਮਣ ਦਲ ਨੂੰ ਰੋਕੀ ਰੱਖਿਆ। ਸੈਂਕੜੇ ਤੁਰਕ ਮੁਗਰ ਜਿਹੜੇ ਤੀਰਾਂ ਦੇ ਨਾਲ, ਤਲਵਾਰਾਂ ਨਾਲ ਘਾਇਲ ਕਰ ਕਰਕੇ ਮਾਰ ਦਿੱਤੇ। ਖਵਾਜੇ ਮਰਦੂਦ ਵਰਗੇ ਜਿਹੜੇ ਮਗਰੋਂ ਰਾਹ ਤਾਂ ਪਤਾ ਨਹੀਂ ਸੀ ਕਿ ਮਹਾਰਾਜ ਨੂੰ ਭਾਲਦੇ ਸਨ, ਮਿਲੇ ਕਿੱਥੇ ਮਹਾਰਾਜ। ਫਿਰ ਇਹ ਬੀਬੀ ਭਿੱਖਾਂ ਲੜਦੀ ਲੜਦੀ ਸ਼ਹੀਦ ਹੋ ਗਈ। ਇੱਥੇ ਭਾਈ ਜੀਵਨ ਸਿੰਘ ਜੀ ਅੱਗੇ ਨਿਕਲ ਗਏ। ਭਾਈ ਜੀਵਨ ਸਿੰਘ ਉਹੀ ਭਾਈ ਜੈਤਾ ਸਿੰਘ। 9ਵੇਂ ਪਾਤਸ਼ਾਹ ਦਿੱਲੀੋਂ ਸੀਸ ਲਿਆਉਣ ਵਾਲੇ ਜਦੋਂ ਮਲਕਪੁਰ ਰੰਗੜਾਂ ਦੇ ਕੋਲ ਪਹੁੰਚ ਗਏ ਨਾ, ਉੱਥੋਂ ਅੱਗੋਂ ਮਹਾਰਾਜ ਨੇ ਨਿਕਲਣਾ ਸੀ ਹੋ ਕੇ। ਮਹਾਰਾਜ ਨੇ ਸਰਸਾ ਵੱਲ ਅੱਗੇ ਚਮਕੌਰ ਵੱਲ ਜਾਣ ਦਾ ਮਹਾਰਾਜ ਜੀ ਦਾ ਇਰਾਦਾ ਸੀ ਕਿਉਂਕਿ ਮਹਾਰਾਜ ਨੇ ਕਿਸੇ ਕਿਲੇ ਦੀ ਠਾਰ ਲੈਣੀ ਸੀ, ਪਰ ਮੁਗਲ ਦਲ ਮਗਰ ਬੜਾ ਸੀ। ਉਸ ਸਮੇਂ ਜਦੋਂ ਮਲਕਪੁਰ ਰੰਗੜਾਂ ਦੀ ਜੂਹ ਦੇ ਵਿੱਚ ਪਹੁੰਚੇ ਤੇ ਭਾਈ ਜੀਵਨ ਸਿੰਘ ਦਾ 100 ਸਿੰਘਾਂ ਦੇ ਨਾਲ ਪਹਾੜੀਆਂ ਨਾਲ ਬੜਾ ਯੁੱਧ ਹੋਇਆ। ਇਹਨਾਂ ਦੇ ਵਿੱਚ ਇੱਕ ਇਹਨਾਂ ਦਾ ਮੁਗਲਾਂ ਦਾ ਜਰਨੈਲ ਸੀ ਸ਼ਮਸ ਖਾਨ। ਉਹਨੇ ਕਮਾਂਡ ਕਰ ਲਈ। ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਦਲ ਦੇ ਨਾਲ ਨੇ। ਉਹ ਕਹਿਣ ਲੱਗੇ ਤੁਹਾਨੂੰ ਕਿਵੇਂ ਪਤਾ ਇਸ ਗੱਲ ਦਾ? ਕਹਿਣ ਲੱਗਾ ਸਾਹਿਬਜ਼ਾਦਾ ਇਹਨਾਂ ਦੇ ਨਾਲ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬਜ਼ਾਦਿਆਂ ਦੇ ਨਾਲ ਹੀ ਨਿਕਲੇ ਨੇ, ਦੇਖਿਆ ਸੀ, ਇਹ ਮਗਰ ਵੀ ਦੇਖ ਕੇ ਆਏ ਆਪਾਂ। ਇਹਨਾਂ ਨੇ ਭਾਈ ਜੀਵਨ ਸਿੰਘ ਨੂੰ ਇਸ ਗੱਲ ਕਰਕੇ ਵੱਡਾ ਯੁੱਧ ਹੇਲਾ ਕੀਤਾ ਤੇ ਇੱਥੇ ਭਾਈ ਜੀਵਨ ਸਿੰਘ ਨੇ ਇੰਨਾ ਗਹਿ ਗੱਚ ਯੁੱਧ ਲੜਿਆ ਉਹਨਾਂ ਨੇ ਕਿ 8 ਘੜੀਆਂ ਤੱਕ ਦੁਸ਼ਮਣ ਨੂੰ ਅਟਕਾਈ ਰੱਖਿਆ। 8 ਘੜੀਆਂ ਦਾ ਮਤਲਬ 3 ਸਵਾ 3 ਘੰਟੇ ਬਣਦੇ। ਤੀਰ ਬਾਰ-ਬਾਰ ਆਪਣੇ ਕਮਾਨ ਦੇ ਚੱਲੇ ਤੇ ਜਾੜਦੇ ਨੇ, ਬਾਗੜ ਨੂੰ ਖਿੱਚਦੇ ਨੇ, ਮਾਰਦੇ ਨੇ, ਕਦੇ ਗੁਲਕ ਮਾਰਦੇ ਨੇ। ਨਾਲ ਦੇ ਸਿੰਘਾਂ ਦੀਆਂ ਸ਼ੋਕਦੀਆਂ ਹੋਈਆਂ ਗੋਲੀਆਂ ਤੁਰਕਾਂ ਮੁਗਲਾਂ ਦੇ ਸੀਨੇ ਵੱਧਦੀਆਂ ਨੇ।
ਜਦੋਂ ਤੁਰਕ ਗੋਲੀਆਂ ਦਾ, ਤੀਰਾਂ ਦਾ ਯੁੱਧ ਰੁਕ ਗਿਆ, ਫਿਰ ਹੱਥਾਂ-ਵੱਥੀ ਕਟਾ ਵੱਡ ਤਸ਼ਾ ਮੁਸ਼ ਯੁੱਧ ਹੋਇਆ। ਇੱਕ ਦਲ ਦੇ ਨਾਲ ਸੂਰਮੇ ਭਿੜ ਗਏ, ਤਲਵਾਰਾਂ ਤੇ ਲੋਹਾ ਖੜਕਿਆ। ਕਿਸੇ ਦਾ ਅੰਗ ਕੱਟਿਆ ਗਿਆ, ਲਹੂ ਦੇ ਪਰਨਾਲੇ ਵਗੇ, ਜ਼ਖਮ ਭੱਕਾ ਭੱਕ ਕਰਕੇ ਵਗਦੇ ਨੇ। ਇੱਕ ਪਾਸੇ ਪੋਹ ਦੀ ਸਰਦੀ ਆਪਣਾ ਜ਼ੋਰ ਦਿਖਾ ਰਹੀ ਹੈ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਚੰਡ ਸੂਰਮੇ ਭਾਈ ਜੀਵਨ ਸਿੰਘ ਕਈਆਂ ਦੇ ਜੀਵਨ ਨੂੰ ਜਿਹੜਾ ਹੈ ਚਟਮ ਕਰੀ ਜਾ ਰਿਹਾ ਹੈ। ਕਾਫੀ ਜ਼ੋਰ ਵੱਧ ਗਿਆ। ਆਖਰ ਸ਼ਮਸ ਖਾਨ ਨੇ ਸੰਭਲ ਕੇ ਆਪਣੇ ਕੁਝ ਬੰਦੂਕਬਾਜ਼ਾਂ ਨੂੰ ਕਿਹਾ ਕਿ ਇਸ ਸੂਰਮੇ ਨੇ ਬੜਾ ਵਕਤ ਪਾਈ ਰੱਖਿਆ, ਗੁਲਕਾਂ ਮਾਰੋ ਇੱਕੋ ਵਾਰੀ। ਉਹਨਾਂ ਗੋਲੀਆਂ ਮਾਰੀਆਂ। ਬੰਦੂਕਾਂ ਦੇ ਵਿੱਚ ਇੱਕ ਗੋਲੀ ਭਾਈ ਜੀਵਨ ਸਿੰਘ ਦੇ ਮੱਥੇ ਵਿੱਚ ਲੱਗੀ, ਥਾਂਏ ਸ਼ਹੀਦ ਹੋ ਗਏ। ਤੇ ਇੱਥੇ ਲੜਦਿਆਂ ਲੜਦਿਆਂ ਭਾਈ ਬਚਿੱਤਰ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਵੀ ਕੁਝ ਚੋਟਾਂ ਆਈਆਂ, ਪਰ ਮਹਾਰਾਜ ਦੀ ਆਗਿਆ ਸੀ ਕਿ ਠਹਿਰਨਾ ਨਹੀਂ, ਅੱਗੇ ਚਲੇ ਆਓ। ਤੇ ਇੱਧਰ ਮਹਾਰਾਜ ਚੱਲਦੇ ਹੋਏ ਹੌਲੀ ਹੌਲੀ ਸਰਸਾ ਵੱਲ ਮਹਾਰਾਜ ਪਹੁੰਚ ਗਏ ਨੇ। ਤੇ ਸਰਸਾ ਉਹ ਜ਼ਾਲਮ ਨਦੀ ਜਿਹੜੀ ਅੱਗੇ ਕਦੇ ਬਰਸਾਤੀ ਨਾਲਾ ਹੀ ਰਹੀ ਹੈ, ਪਰ ਕਿਉਂਕਿ ਜਦੋਂ ਸਿਦਕ ਦੇ ਪੈਂਡੇ ਹੋਣ ਤੇ ਉਹ ਫਿਰ ਵਿਖੜੇ ਵੀ ਬਣਦੇ ਨੇ। ਅੱਗੇ ਇਹ ਨਾਲੇ ਨੂੰ ਲੋਕੀ ਗੋਡਿਆਂ ਗੋਡਿਆਂ ਤੱਕ ਆਰਾਮ ਨਾਲ ਪਾਰ ਕਰ ਜਾਂਦੇ ਨੇ, ਪਰ ਜਿਨ੍ਹਾਂ ਨੇ ਵਿਖੜੇ ਪੈਂਡਿਆਂ ਤੇ ਆਪਣਾ ਮਾਰਗ ਰੱਖਿਆ ਹੋਵੇ, ਸਿੱਖੀ ਖੰਨਿਓ ਤਿੱਖੀ ਕਹਿੰਦੇ ਆ ਨਾ, ਫਿਰ ਉਹ ਮਾਰਗ ਤਿੱਖਾ ਹੀ ਹੋਵੇਗਾ। ਜੇ ਸਰਸਾ ਦਾ ਵਹਿਣ ਪੋਲਾ ਪੋਲਾ ਜਾਂਦਾ, ਸਾਰਾ ਦਲ ਪਾਰ ਲੰਘ ਜਾਂਦਾ। ਤੇ ਇਤਿਹਾਸ ਦੀ ਗਾਥਾ ਫਿਰ ਇਹੋ ਜਿਹੀ ਬਣਦੀ ਨਾ, ਇਹੋ ਜਿਹੀ ਨਾ ਬਣਦੀ ਫਿਰ ਇਤਿਹਾਸ ਦੀ ਗਾਥਾ ਜਿਹੋ ਜਿਹੀ ਅੱਜ ਸੁਣਦੇ ਹਾਂ ਅਸੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਥੇ ਇੱਕ ਮੁਕਾਮ ਕੀਤਾ। ਹੁਣ ਜਿਹੜੇ ਜ਼ਿਕਰ ਕਰਦੇ ਹਨ, ਮੈਂ ਕੱਲ ਕਿਸੇ ਨੇ ਜ਼ਿਕਰ ਕਰ ਰਿਹਾ ਸੀ, ਉਹਦਾ ਥੋੜਾ ਇਤਰਾਜ਼ ਸੀ ਇਸ ਗੱਲ ਤੇ। ਇਸੇ ਦੌਰਾਨ ਹੁਣ ਜਦੋਂ 5 ਘੰਟੇ ਭਾਈ ਉਦੈ ਸਿੰਘ ਨੇ ਅਟਕਾ ਕੇ ਰੱਖਿਆ ਹੈ, 3-4 ਘੜੀਆਂ ਬੀਬੀ ਭਿੱਖਾਂ ਨੇ ਆਪਣੇ ਪਤੀ ਸਮੇਤ ਯੁੱਧ ਲੜਦਿਆਂ ਅਟਕਾ ਕੇ ਰੱਖਿਆ ਹੈ, 8 ਘੜੀਆਂ ਦੇ ਕਰੀਬ ਭਾਈ ਬਾਬਾ ਜੀਵਨ ਸਿੰਘ ਅਟਕਾ ਕੇ ਰੱਖਦੇ ਹਨ। ਤੇ ਇੰਨੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅੱਗੇ ਨਿਕਲ ਜਾਣਾ ਬੜਾ ਆਸਾਨ ਹੈ। ਬੜੇ ਆਰਾਮ ਨਾਲ ਮਹਾਰਾਜ ਅੱਗੇ ਨਿਕਲ ਗਏ। ਇੱਥੇ ਜਦੋਂ ਨਿਕਲੇ ਤੇ ਮਹਾਰਾਜ ਨੇ ਸਰਸਾ ਦਾ ਵਹਿਣ ਵੇਖਿਆ। ਸਰਸਾ ਬਰਸਾਤ ਵੀ ਹੋ ਰਹੀ ਹੈ, ਨਾਲ ਦੇ ਸਿੰਘ ਵੀ ਮਹਾਰਾਜ ਦੇ ਮਗਰ ਸਾਰੇ ਪਹੁੰਚ ਚੁੱਕੇ ਸਨ, ਪਰ ਮਹਾਰਾਜ ਨੂੰ ਖਬਰ ਵੀ ਹੋ ਗਈ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਸ਼ਹੀਦ ਹੋ ਗਏ ਹਨ। ਤੇ ਮਹਾਰਾਜ ਨੂੰ ਪਤਾ ਸੀ ਕਿ ਦਲ ਜਿਉਂ-ਜਿਉਂ ਅੱਗੇ ਵੱਧ ਰਿਹਾ, ਉਵੇਂ-ਉਵੇਂ ਸਾਡਾ ਦਲ ਮਰਦਾ ਵੀ ਜਾ ਰਿਹਾ, ਸ਼ਹੀਦ ਹੁੰਦਾ ਜਾ ਰਿਹਾ। ਇੱਥੇ ਮਹਾਰਾਜ ਨੇ ਸਰਸਾ ਦੇ ਵਹਿਣ ਨੂੰ ਵੇਖ ਕੇ ਮਹਾਰਾਜ ਜੀ ਨੇ ਉਸ ਵਕਤ ਜਿਹੜਾ ਕੀਰਤਨ ਦਾ ਨੇਮ ਹੈ, ਕੀਰਤਨ ਦਾ ਨੇਮ ਇੱਥੇ ਮਹਾਰਾਜ ਨੇ ਪੁਗਾਇਆ। ਤੇ ਮਹਾਰਾਜ ਨੇ ਇੱਥੇ ਇੱਕ ਪਾਸੇ ਇਹ ਦੁਨੀਆ ਦਾ ਇੱਕ ਵੱਖਰਾ ਦੀਵਾਨ ਹੈ। ਆਪਾਂ ਨੂੰ ਹਰੇਕ ਪੱਖ ਦੀ ਚਰਚਾ ਕਰਨੀ ਚਾਹੀਦੀ। ਆਪਾਂ ਇੱਥੇ ਕੀਰਤਨ ਕਰਦੇ ਹਾਂ, ਅੱਜ ਸਾਰੇ ਸ਼ਾਂਤੀ ਨਾਲ ਬੈਠੇ ਹੁੰਦੇ ਨੇ। ਸਿੱਖਾਂ ਦੇ ਵਿੱਚ ਜਿੰਨੇ ਕੀਰਤਨ ਸਮਾਗਮ ਹੁੰਦੇ ਨੇ, ਕੀਰਤਨ ਹੋ ਰਹੇ ਹੁੰਦੇ, ਸਾਰੇ ਆਰਾਮ ਨਾਲ ਬੈਠੇ ਨੇ। ਇਹ 10ਵੇਂ ਪਾਤਸ਼ਾਹ ਮਹਾਰਾਜ ਦਾ ਸੰਤ ਸਿਪਾਹੀ ਤਾਂ ਉਹਨਾਂ ਨੂੰ ਤਾਂ ਹੀ ਕਿਹਾ ਜਾਂਦਾ ਨਾ, ਕਿ ਇੱਕ ਪਾਸੇ ਢਾਲਾਂ ਤਲਵਾਰਾਂ ਦਾ ਸ਼ੋਰ ਗੂੰਜ ਰਿਹਾ ਹੈ, ਇੱਕ ਪਾਸੇ ਫੜ ਲਓ ਮਾਰ ਲਓ ਦੇ ਨਾਅਰੇ ਗੂੰਜ ਰਹੇ ਨੇ, ਤੇ ਦੂਜੇ ਪਾਸੇ 52 ਤਾਰਾਂ ਵਾਲਾ ਤਾਉਸ ਫੜ ਕੇ ਮਹਾਰਾਜ ਗਾ ਰਹੇ ਨੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਹੁਣ ਕਈ ਆਖਦੇ ਨੇ ਅੱਜ ਦੇ ਸਮੇਂ 'ਚ, ਕਈ ਸਾਡੇ ਇਤਿਹਾਸਕਾਰ ਜ਼ਿਆਦਾ ਹੀ ਸਿਆਣੇ ਹੋ ਗਏ ਨੇ, ਕਹਿਣ ਲੱਗੇ ਜੀ ਇਹ ਕਿਵੇਂ ਹੋ ਸਕਦਾ ਵੀ ਜੰਗ ਦਾ ਮਾਹੌਲ ਹੋਵੇ ਤੇ ਕਿਸੇ ਨੂੰ ਕੀਰਤਨ ਫੁਰੇ। ਗੁਰੂ ਦੀ ਇਹੀ ਤਾਂ ਅਗੰਮੀ ਕਲਾ ਹੁੰਦੀ ਹੈ। ਉਹ ਜਦੋਂ ਯੁੱਧ ਵਿੱਚ ਉਤਰਦਾ ਨਾ, ਉਦੋਂ ਦੋਵੇਂ ਰੂਪ ਇਕੱਠੇ ਲੈ ਕੇ ਉਤਰਦਾ, ਸੰਤ ਤੇ ਸਿਪਾਹੀ ਰੂਪ ਲੈ ਕੇ ਉਤਰਦਾ ਹੈ। ਜੇ ਇਸ ਗੱਲ ਨੂੰ ਝੁਠਲਾਉਂਦੇ ਹੋ ਤਾਂ ਫਿਰ ਇਹ ਵੀ ਗੱਲ ਝੁਠਲਾਉਣੀ ਪਏਗੀ। ਚਮਕੌਰ ਗੜੀ ਵਿੱਚ ਮਹਾਰਾਜ ਨੇ ਜਕਾਰੇ ਛੱਡੇ ਆਪਣੇ ਲਾਲਾਂ ਦੀ ਸ਼ਹਾਦਤ ਤੇ, ਮਹਾਰਾਜ ਨੰਗੇ ਪੈਰੀ ਨਿਕਲ ਕੇ ਗਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੀਵਾਨ ਸੰਭਾਲੇ। ਇੱਕ ਪਾਸੇ ਢਾਲਾਂ ਤਲਵਾਰਾਂ ਖੜਕ ਰਹੀਆਂ ਹਨ, ਦਿਲ ਪਾੜਵੇਂ ਸ਼ੋਰ ਹੋ ਰਹੇ ਨੇ, ਇੱਕ ਪਾਸੇ ਮੌਤ ਦਾ ਨੰਗਾ ਨਾਚ ਹੋ ਰਿਹਾ, ਦੂਜੇ ਪਾਸੇ ਕੀਰਤਨ ਦੀ ਧੁਨੀ ਅਲਾਪੀ ਜਾ ਰਹੀ ਹੈ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਨੇ ਸਾਡੇ ਸਿਦਕਾਂ ਨੂੰ ਇੱਕ ਰੌਸ਼ਨ ਮੀਨਾਰ ਦਿਖਾ ਦਿੱਤਾ, ਜਿਹੜੇ ਨਿਤਨੇਮ ਤੋਂ ਕਚਿਆਈ ਕਰਦੇ ਨੇ, ਢਿਲਿਆਈ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੁਨੀਆ ਦੇ ਵਿੱਚ ਉਹ ਕਦਮ ਸਾਖਿਆਤ ਕਰ ਦਿੱਤਾ ਕਿ ਜਦ ਖਾਲਸਾ ਏਡੀ ਵੱਡੀ ਉੱਚੀ ਸੁਰਤ ਦਾ, ਇੰਨੀ ਅਡੋਲ ਸੁਰਤ ਦਾ ਮਾਲਕ ਹੈ ਕਿ ਜਦੋਂ ਖਾਲਸੇ ਦੇ ਕਦਮਾਂ ਦੇ ਵਿੱਚ ਆ ਕੇ ਮੌਤ ਨੰਗਾ ਨਾਚ ਕਰ ਰਹੀ ਹੋਵੇ ਨਾ, ਉਦੋਂ ਵੀ ਖਾਲਸੇ ਦਾ ਨੇਮ ਪਰਪੱਕ ਹੁੰਦਾ। ਜਿਹੜੇ ਅੱਜ ਨਿਤਨੇਮ ਦੇ ਵਿੱਚ ਕਚਿਆਈ ਢਲਿਆਈ ਭਾਲਦੇ ਆ ਨਾ, ਉਹ ਯਾਦ ਕਰਨ ਕਿ ਗੁਰੂ ਸਾਹਿਬ ਜੀ ਨੇ ਇੱਕ ਐਸਾ ਕ੍ਰਿਸ਼ਮਾ ਕੀਤਾ ਕਿ ਜਦੋਂ ਮੌਤ ਬਰੂਹਾਂ ਤੇ ਆ ਕੇ ਬੈਠੀ ਹੈ,
इधर महाराज जी का एक एक कीर्तन का बोल पूरा हो रहा, उधर महाराज का एक एक सूरबीर सिंह शहीद हुंदा जा रहा। एक पासे सरसा का वैन कैरी होया पिया, दूजे पासे लखां दे दल ने तुंघार पाई हुई है, पर गुरु गोबिंद सिंह साहब महाराज अपनी अगम्मी कला नहीं छड्डदे हैं। अपनी महाराज ने अगम्मी कला नहीं छड्डी। इन्ने चिर नूं फिर महाराज ने जिक्र करदियां होया, क्योंकि महाराज जल्दी पहुँच गए होणगे उत्थे, फिर महाराज ने परिवार का मुआयना किया तो देखा कि साहिबजादा अजीत सिंह मगरे रह गए। महाराज ने नाल कहा, भाई दया सिंह नूं साहिबजादा अजीत सिंह कित्थे है? कहण लगे झक्खियां पिंड की जूह दे विच मलकपुर रंगड़ा तो अगे लंघ आए सन, पर मुड़ के साहिबजादा अजीत सिंह विछड़ गया। महाराज जी ने प्यारे भाई हिम्मत सिंह नूं वापस भेजा कि साहिबजादा अजीत सिंह इत्थों गुरु की कला समझ आउंदी। महाराज ने कहा सी आनंदपुर साहब छड्डण लग्या कि ये दोवें मेरे नाल जाणगे, ये ते प्यारे ते पंज मुक्ते, ये नहीं मैं छड्ड के जांदा। साहिबजादा अजीत सिंह क्योंकि नौजवान सी, बहुत ज़्यादा जोश सी, वड्डा सूरबीर सी, तीर अंदाजी च ते नेजाबाजी च बहुत ज़्यादा माहर सी, महाराज दा लाल। महाराज ने प्यारे भाई हिम्मत सिंह नूं भेजिया कि साहिबजादा अजीत सिंह नूं कहो कि लम्मा युद्ध नहीं करना, सरसा पार करनी है। गुरु गोबिंद साहब जी दे जदों भाई प्यारे भाई हिम्मत सिंह जाके कहण लगे कि तुहानूं गुरु साहब वालों अगे वधण दी आग्या, लंबा युद्ध नहीं करना, तुहाडे युद्ध करन दी कुछ थां होर है। भाई साहिबजादा अजीत सिंह कहण लगे कि मैं युद्ध नहीं लड़ रहा, मैं तो भाई बचित्तर सिंह नूं बचा रहा। भाई बचित्तर सिंह इन्ना गह गच युद्ध लड़िया कि इनू तीरां दी बड़ी वाछड़ आ के वज गई है, घायल होया पिया, पर अजे सैकदा असीं अपने सूरबीर नूं इंज नहीं मरण देंगे, मैं इहदी संभाल कर रहा। तां करके तुरंत उन्होंने जख्मी घायल होए मार जिहड़ा मलकपुर रंगड़ा की जूह विच भाई बचित्तर सिंह, भाई उदय सिंह का भरा, भाई मनी सिंह का पुत्तर, ये दोवें भरा जिहड़े हन। भाई मनी सिंह के 5 पुत्तर सन, 2 सतपोह नूं शहीद होए, बाकी 3 पुत्तर अनक सिंह, अजब सिंह, अजायब सिंह, चमकौर गढ़ी दे विच शहीद होए। ऐसी भाई मनी सिंह की करनी है। उस समय फिर महाराज ने कहा कि अगे वधो। साहिबजादा अजीत सिंह ने बड़ी जल्दी दे नाल भाई जख्मी भाई बचित्तर सिंह नूं संभालिया, नाल भाई मदन सिंह है, नाल भाई शेर सिंह संभाल के साहिबजादा अजीत सिंह अगे चले हन। सरसा दे वैन ने बड़ा कहर मचाया हुआ। महाराज ने सारे दल नूं हुक्म किया कि सरसा पार करो, क्योंकि महाराज इत्थों अगे लंघ के रोपड़ वाल जाना चाहुंदे सन। जदों सरसा दे वैन दे विच जिक्र मिलदा इत्थे एक ग्रंथ, उन्नूं विद्या तरसागर ग्रंथ कहंदे हन। कुछ कहंदे ने 16 मण कच्चे दा सी, कोई 8 मण कच्चे दा सी। कदे सानूं याद रवे कि 52 कवि आनंदपुर दी शान रहे ने। 52 कवि, जे एक कवि अपनी जिंदगी दे विच जिन्ना चिर महाराज कोलों रिहा होवे, जे 500 पन्ना भी एक ने रचना कीती होवे, अनुवाद कीते होण, तरह तरह दी सुंदर रचनावां नूं छंदाबंदी दे विच, काव्य दे विच, पुराण दे विच निर्माण कीता होवे, ते 50 कवि हन, 52 कवि हन। 25-30 हज़ार पन्ना बनता है। एडा वड्डा ग्रंथ रचिया महाराज ने। मार पार लगाउण लगे तो कहंदे ग्रंथ महाराज दे बाद विच रुड़ गया। उस ये बड़ा वड्डा महाराज नूं बाद एक सिंह ने कहा, महाराज तुहाडा वड्डा तैयार किया ग्रंथ तां रुड़ गया सी। महाराज ने कहा कि वह सिख तो इन्हां रुड़ गए जिन्हां ने वह ग्रंथ तैयार किया सी, भाई मनी सिंह वर्गियां ने। फिर भाई मनी सिंह ने वो सारियां रचनावां मुड़ मुड़ के लभ के 10वें ग्रंथ इकट्ठा किया सी महाराज का। 24 अवतार, कृष्णा अवतार, ज्ञान प्रबोध, चंडी चरित्र, उक्त बिलास, ये ग्रंथ रुड़ गया, बड़े सिंह भी रुड़ गए। गुरु साहब जी दे महल पार होए हन, पर चंगी तरह पार हो के जदों निकल गए भाई तन्ना सिंह जवाहर सिंह दे नाल, भाई मनी सिंह दे नाल निकल गए ने दिल्ली नूं, ते दिल्ली जवाहर सिंह अरोड़ा दे घर रहे, क्योंकि गुरु साहब जी दे सिदकी श्रद्धालु सी। भेस बदल के दिल्ली पहुंचे सन सारे। गुरु साहब जी जदों सरसा पार कर गए, इत्थे महाराज दा परिवार विछड़ गया 3 हिस्सियां दे विच। ते इतिहास ने जिक्र लिखिया है कि जदों सरसा पार कर रहे सन ते गुरु गोबिंद सिंह साहब महाराज जी की माता गुजरी जी दे नाल जिहड़ा सिंघां दा जथा सी, वो रस्ते विच ही खिंड पुंड गया। दुश्मन नाल लड़दे होए, आहू लाउंदे होए कोई साबित ना रह सकिया। 2 टैलना सन जिहड़ियां विशेष तौर ते माता गुजरी जी दे नाल सन, वो भी निकल गईयां, केवल छोटे लाल रह गए। तो इतिहास ने जिक्र लिखिया कि ये सरसा पार नहीं कर सके। सरसा दे नेड़े जिहड़ा पत्तन है,
ਕਿਸੇ ਔਜੜ ਰਾਹਾਂ ਵੱਲ ਹੋ ਤੁਰੇ, ਐਸੇ ਵਿਖੜੇ ਪੈਂਡੇ। ਆਨੰਦਪੁਰ ਨਗਰ ਦੇ ਵਾਸੀ ਨੇ ਸਾਰੇ, ਜਿਹੜੇ ਅੱਜ ਔਜੜ ਪੈਂਡਿਆਂ ਦੇ ਵਿੱਚ ਪੋਹ 7 ਪੋਹ ਦੀ ਦਿਨ ਚੜ੍ਹਦੇ ਨੂੰ ਆਪਣੇ ਧਰਮ ਯੁੱਧ ਦੇ ਮਾਰਗ ਤੇ ਚੱਲ ਰਹੇ ਨੇ। ਆਨੰਦਪੁਰ ਦੇ ਵਾਸੀ ਨੇ, ਕੋਈ ਆਮ ਨਹੀਂ ਹਨ, ਪਰ ਇਹਨਾਂ ਨੂੰ ਅੱਜ ਐਸੇ ਵਿਖੜੇ ਪੈਂਡਿਆਂ ਤੇ ਚੱਲਣਾ ਪਿਆ। ਕਿਉਂ? ਕਿਉਂਕਿ ਇਹਨਾਂ ਨੇ ਸੱਚ ਦੀ ਛਮਾ ਨੂੰ ਫੜਿਆ ਹੋਇਆ। ਇਹਨਾਂ ਨੇ ਅਧਰਮ ਦੇ ਖਿਲਾਫ ਧਰਮ ਦਾ ਝੰਡਾ ਬੁਲੰਦ ਕੀਤਾ ਹੋਇਆ। ਇਹਨਾਂ ਨੇ ਧਰਤੀ ਤੇ ਅਤਿਆਚਾਰ ਮੁਕਾਉਣ ਦਾ ਤਹਈਆ ਕੀਤਾ ਹੋਇਆ ਤੇ ਉਸ ਸੱਚੇ ਅਕਾਲ ਪੁਰਖ ਦੇ ਕਰਤਾਰੀ ਨਿਆਂ ਨੂੰ ਧਰਤੀ ਤੇ ਸਥਾਪਿਤ ਕਰਨ ਦਾ ਹੀਆ ਕੀਤਾ ਹੋਇਆ। ਤਾਂ ਕਰਕੇ ਆਨੰਦਪੁਰ ਦੇ ਵਾਸੀਆਂ ਨੂੰ, ਆਨੰਦਪੁਰ ਦੇ ਮਾਲਕਾਂ ਨੂੰ ਅੱਜ ਔਜੜ ਰਾਹਾਂ ਵਿੱਚ ਤੁਰਨਾ ਪੈ ਰਿਹਾ ਹੈ। ਅੱਜ ਵਿਖੜੇ ਪੈਂਡਿਆਂ ਤੇ ਕਰਨਾ ਪੈ ਰਿਹਾ। ਜਰਾ ਜਿੰਨੀ ਕਲਪਨਾ ਕਰੋ, ਸਰਦੀ ਦਾ ਮੌਸਮ ਹੈ, ਇੱਕ ਕੱਪੜਾ ਸਰੀਰ ਤੇ ਘੱਟ ਹੋਵੇ ਨਾ ਤੇ ਸਰਦੀ ਦੱਸ ਦਿੰਦੀ ਹੈ ਵੀ ਮੈਂ ਕਿੰਨੀ ਜ਼ੋਰਾਵਰ ਹਾਂ, ਕਿੰਨੀ ਕਹਿਰੀ ਹਾਂ। ਇੱਕ ਪਾਸੇ ਸਰਸਾ ਦੇ ਠੰਡੇ ਪਾਣੀ ਦੇ ਵਿੱਚੋਂ ਲੰਘੇ, ਅੱਜ ਸਾਰੇ ਘਰਾਂ 'ਚ ਗੀਜ਼ਰ ਹੈ, ਕੋਈ ਵਿਰਲਾ ਹੀ ਸਿੱਖ ਹੈ ਠੰਡੇ ਨਾਲ ਇਸ਼ਨਾਨ ਕਰਦਾ। ਇਸ ਸਰਦੀ ਦੇ ਵਿੱਚ ਇੱਕ ਪਾਸੇ ਸਰਦੀ ਦਾ ਪ੍ਰਹਾਰ, ਵਰਖਾ ਦਾ ਪ੍ਰਹਾਰ, ਸਰਸਾ ਦਾ ਵਹਿਣ, ਦੁਸ਼ਮਣ ਦੀਆਂ ਵੰਗਾਰਾਂ, ਸ਼ਹੀਦੀਆਂ ਦੀ ਰੱਤ ਡੁੱਲ ਰਹੀ ਹੈ। ਉਸ ਸਮੇਂ ਦੇ ਵਿੱਚ ਮਾਤਾ ਗੁਜਰੀ ਜੀ ਰੱਬ ਰੱਬ ਕਰਦਿਆਂ ਆਪਣੇ ਛੋਟੇ ਲਾਲਾਂ ਦੇ ਨਾਲ ਔਜੜ ਰਾਹ ਵੱਲ ਤੁਰੇ ਹਨ। ਤੇ ਮੈਂ ਇੱਥੇ ਜ਼ਿਕਰ ਇੰਨਾ ਕੀ ਕਰਾਂਗਾ ਕਿਉਂਕਿ ਮੈਂ ਸਾਹਿਬਜ਼ਾਦਿਆਂ ਦੀ ਜਿਹੜੀ ਛੋਟਿਆਂ ਦੀ ਗਾਥਾ ਹੈ ਉਹ ਅੱਜ ਤੋਂ 2-3 ਦਿਨ ਬਾਅਦ ਸਾਂਝੀ ਕਰਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਰਸਾ ਪਾਰ ਕਰ ਗਏ ਤੇ ਮਹਾਰਾਜ ਫਿਰ ਅੱਗੇ ਜਾਂਦਿਆਂ ਹੋਇਆਂ ਮਹਾਰਾਜ ਘਨੌਲੇ ਦੇ ਵਿੱਚੋਂ ਦੀ ਲੰਘ ਕੇ ਫਿੱਡੇ ਹੋ ਕੇ ਬੂਰ ਮਾਜਰੇ ਹੋ ਕੇ ਮਹਾਰਾਜ ਫਿਰ ਗੁਰੂ ਸਾਹਿਬ ਜੀ ਰੋਪੜ ਪਹੁੰਚ ਗਏ। ਰੋਪੜ ਪਹੁੰਚ ਕੇ ਜਦੋਂ ਮਹਾਰਾਜ ਪਹੁੰਚੇ, ਦੇਖੋ ਦੁਸ਼ਮਣ ਉਸ ਸਮੇਂ ਦੇ ਹਾਲਾਤ। ਮਹਾਰਾਜ ਨੇ ਸਿੱਧਾ ਜਾਣਾ ਸੀ ਨਿਹੰਗ ਖਾਨ ਦੇ ਘਰ, ਜਿਹੜਾ ਕੋਟਲਾ ਉਹਦੇ ਨਾਂ ਤੇ ਵੱਸਦਾ ਸੀ। ਉਹਦੀ ਬੜੀ ਗੜੀ ਹਵੇਲੀ ਬਣੀ ਹੋਈ ਸੀ ਵੱਡੀ। ਇਹ ਨਿਹੰਗ ਖਾਂ ਕੌਣ ਹੈ? ਇਹ ਨਿਹੰਗ ਖਾਂ ਗੁਰੂ ਸਾਹਿਬ ਜੀ ਦਾ ਇੱਕ ਸ਼ਰਧਾਲੂ ਹੈ। 7ਵੇਂ ਪਾਤਸ਼ਾਹ ਤੋਂ ਇਹਦਾ ਗੁਰੂ ਘਰ ਦੇ ਨਾਲ ਸੰਬੰਧ ਬਣਿਆ ਹੋਇਆ। ਇਹਦੇ ਘਰ ਪਹਿਲਾਂ ਵੀ ਇੱਕ ਵਾਰੀ ਮਹਾਰਾਜ ਜਦੋਂ ਆਏ, ਜਦੋਂ ਭੰਗਾਣੀ ਦੀ ਜੰਗ ਜਿੱਤ ਕੇ ਆਏ, ਇਹਨੇ ਮਹਾਰਾਜ ਦਾ ਆਪਣੇ ਘਰੇ ਸਵਾਗਤ ਕੀਤਾ ਸੀ। ਦੂਜੀ ਵਾਰੀ ਜਦੋਂ ਮਹਾਰਾਜ ਕੁਰੂਕਸ਼ੇਤਰ ਤੋਂ ਵਾਪਸ ਆਏ, ਉਦੋਂ ਇਹਦੇ ਘਰ ਠਹਿਰੇ ਸਨ। ਇੱਕ ਵਾਰੀ ਮਹਾਰਾਜ ਦੇ ਬੇਟੇ ਆਲਮ ਖਾਂ ਦੀ ਮੰਗਣੀ ਦੇ ਉੱਪਰ ਆਏ ਸਨ। ਅਜੇ ਚੌਥੀ ਵਾਰੀ ਮਹਾਰਾਜ ਦੇ ਘਰ ਜਦੋਂ ਪਹੁੰਚਣ ਵਾਲੇ ਸਨ ਮਹਾਰਾਜ, ਉਸ ਸਮੇਂ ਜ਼ਿਕਰ ਮਿਲਦਾ ਹੈ ਕਿ ਜਿਹੜੇ ਪਠਾਨ ਸਨ ਇਸ ਪਿੰਡ ਦੇ, ਇਸ ਤੋਂ ਅੱਗੇ ਕੋਟ ਰੋਪੜ ਤੇ ਭੱਠਾ ਸਾਹਿਬ ਤੇ ਕੋਟ ਰੋਪੜ ਨੇੜੇ ਨੇੜੇ ਸਨ, ਇਕੱਠੇ ਪਿੰਡ ਵਸਦੇ ਸਨ। ਹੁਣ ਥੋੜੇ ਵੱਖਰੇ ਲੱਗਦੇ ਨੇ। ਪਠਾਣਾ ਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਧਰ ਆ ਰਹੇ ਨੇ। 7 ਪੋਹ ਦਾ ਦਿਨ ਚੜ੍ਹ ਚੁੱਕਿਆ ਸੀ, ਲੋ ਲੱਗ ਚੁੱਕੀ ਸੀ ਉਸ ਸਮੇਂ ਤੱਕ। ਇਹ ਪਠਾਨ ਗੁਰੂ ਸਾਹਿਬ ਜੀ ਬੜੇ ਆਰਾਮ ਨਾਲ ਜਾ ਰਹੇ ਨੇ ਮਹਾਰਾਜ, ਤੇ ਮਗਰੋਂ ਸਾਹਿਬਜ਼ਾਦਾ ਅਜੀਤ ਸਿੰਘ ਵੀ ਆ ਕੇ ਰਲ ਗਏ ਨਾਲ। ਭਾਈ ਬਚਿੱਤਰ ਸਿੰਘ ਸ਼ਹੀਦ ਨੂੰ ਉਹਨਾਂ ਨੇ ਉਠਾਇਆ ਹੋਇਆ ਹੈ। ਇੱਥੇ ਜਦੋਂ ਇਹਨਾਂ ਪਠਾਣਾਂ ਨੇ ਵੇਖਿਆ, ਇਹਨਾਂ ਦੇ ਮਨ ਅੰਦਰ ਰਿਸ ਜਾਗੀ, ਹੰਕਾਰ ਜਾਗਿਆ। ਉਸ ਵਕਤ ਇਹਨਾਂ ਨੇ ਮੁਗਲੀਆ ਸਲਤਨਤ ਦੇ ਬਿਨਾਂ ਵਗਾਰ ਦੇ ਕਰਿੰਦੇ ਬਣਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਅਚਾਨਕ ਘੇਰਾ ਪਾ ਲਿਆ। ਮਹਾਰਾਜ ਨੇ ਕਿਹਾ ਵੀ ਦਾਲ ਇਹਨਾਂ ਮਗਰ ਚੜ੍ਹ ਆਇਆ। ਉਸ ਵਕਤ ਭਾਈ ਮਦਨ ਸਿੰਘ ਕਹਿਣ ਲੱਗੇ, ਮਹਾਰਾਜ ਇਹ ਮੁਗਲਾਂ ਦਾ ਦਲ ਨਹੀਂ ਹੈ, ਇਹ ਜਿਹੜਾ ਰੋਪੜ ਦੇ ਪਠਾਨ ਨੇ, ਲਾਲਚੀ ਨੇ, ਲੁੱਟ ਮਾਰ ਦੀ ਨੀਅਤ ਨਾਲ ਸਾਡੇ ਮਗਰ ਪੈ ਗਏ ਨੇ। ਤੇ ਮਹਾਰਾਜ ਨੇ ਸਰਸਾ ਪਾਰ ਕਰਕੇ, ਇਹ ਪਹਿਲੀ ਥਾਂ 10ਵੇਂ ਪਾਤਸ਼ਾਹ ਦੀ ਜਿੱਥੇ ਮਹਾਰਾਜ ਨੇ 300 ਪਠਾਨ ਵੱਢੇ ਆਪਣੀ ਤਲਵਾਰ ਦੇ ਨਾਲ। ਮਹਾਰਾਜ ਨੂੰ ਇੰਨਾ ਰੋਹ ਚੜਿਆ ਵੀ ਇੱਕ ਤਾਂ ਦਲ ਹੈ ਜਿਹੜਾ ਦੁਸ਼ਮਣਾਂ ਦਾ, ਤੁਰਕਾਂ ਮੁਗਲਾਂ ਦਾ, ਉਹ ਤਾਂ ਲੜੇ ਆ ਜਿਹੜੇ ਲਾਲਚੀ, ਕਿਉਂਕਿ ਇਹ ਲਾਲਚ ਹੁੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲੋਂ ਖਜ਼ਾਨਾ ਹੋਏਗਾ, ਉਹਨਾਂ ਦੇ ਸਿੰਘਾਂ ਨੂੰ ਮਾਰ ਕੇ ਲੁੱਟ ਲਵਾਂਗੇ। ਪਠਾਨ ਜਿਹੜੇ ਸਨ ਭੂਤਰੇ ਹੋਏ ਸਨ। 10ਵੇਂ ਪਾਤਸ਼ਾਹ ਨੇ ਇੱਥੇ 1.5 ਘੜੀ ਰੁਕ ਕੇ ਏਡਾ ਗਹਿ ਗੱਜ ਯੁੱਧ ਕੀਤਾ ਕਿ ਮਹਾਰਾਜ ਦੇ ਸਮੇਤ ਭਾਈ ਮਦਨ ਸਿੰਘ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਇੰਨੀ ਗਹਿ ਗੱਜ ਤਲਵਾਰ ਨੇਜਾ ਬਰਛਾ ਵਾਇਆ ਕਿ ਇੱਕ ਪਠਾਨ ਜਿਉਂਦਾ ਨਹੀਂ ਰੱਖਿਆ। ਮਹਾਰਾਜ ਇੰਨੇ ਰੋਹ ਵਿੱਚ ਆ ਗਏ ਸਨ ਕਿ ਜਿਨ੍ਹਾਂ ਨਾਲ ਯੁੱਧ ਲੜਨਾ ਉਹ ਤਾਂ ਹੋਣ ਹੀ ਹੋਣ, ਜਿਹੜੇ ਐਵੇਂ ਵਿੱਚ ਲਾਲਚ ਦੇ ਮਾਰੇ ਹੋਏ ਆ ਵੜੇ ਨੇ। ਮਹਾਰਾਜ ਬੜੇ ਆਰਾਮ ਦੇ ਨਾਲ ਕੋਟਲਾ ਨਿਹੰਗ ਖਾਂ ਕੋਲ ਪਹੁੰਚੇ। ਉਹਨੇ ਪਾਤਸ਼ਾਹ ਜੀ ਦਾ ਸਵਾਗਤ ਕੀਤਾ। ਮਹਾਰਾਜ ਦੀ ਜੰਗ ਜ਼ੁਲਮ ਦੇ ਖਿਲਾਫ ਹੈ, ਕਿਸੇ ਧਰਮ ਦੇ ਖਿਲਾਫ ਨਹੀਂ। ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਪੈਣਗੀਆਂ ਸਾਰੀਆਂ। ਕੋਟਲਾ ਨਿਹੰਗ ਖਾਂ ਮਹਾਰਾਜ ਜੀ ਦਾ ਸ਼ਰਧਾਲੂ ਹੈ, ਇਸਲਾਮੀ ਮਤ ਨਾਲ ਸੰਬੰਧ ਰੱਖਦਾ, ਇਸਲਾਮ ਮੁਸਲਮਾਨ ਹੈ, ਆਪਣੇ ਦੀਨ ਵਿੱਚ ਪੱਕਾ।
ਦੀਨ ਦੇ ਵਿੱਚ ਪੱਕੇ ਹੋਣ ਦੀ ਸ਼ਰਤ ਹੀ ਇਹ ਹੈ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਭਾਵੇਂ ਜਿਹੜੇ ਮਰਜ਼ੀ ਮਜ਼ਹਬ ਵਿੱਚ ਹੋਵੋ, ਤੁਹਾਡੇ ਜੀਵਨ ਦਾ ਅਕੀਦਾ ਕੀ ਹੈ। ਕਿ ਜ਼ੁਲਮ ਦੇ ਖਿਲਾਫ ਖੜਦੇ ਹੋ ਕਿ ਜ਼ੁਲਮ ਦੇ ਪੱਖ 'ਚ ਖੜਦੇ ਹੋ, ਸੱਚ ਨੂੰ ਪਸੰਦ ਕਰਦੇ ਹੋ ਕਿ ਸੱਚ ਨੂੰ ਬਰਦਾਸ਼ਤ ਕਰਦੇ ਹੋ। ਹੈ ਤਾਂ ਉਹ ਵੀ ਇਸਲਾਮ ਮੁਸਲਮਾਨ ਨਿਹੰਗ ਖਾਂ, ਪਰ ਉਹ ਆਪਣੇ ਦੀਨ ਦੀ ਸਿੱਖਿਆ 'ਤੇ ਪੱਕਾ ਹੈ ਕਿ ਹਮੇਸ਼ਾ ਜ਼ੁਲਮ ਦਾ, ਅਤਿਆਚਾਰ ਦਾ, ਜ਼ਬਰ ਦਾ ਵਿਰੋਧ ਕਰੋ। ਇਸ ਕਰਕੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਈ ਆਪਣੀ ਗੜੀ ਦੇ ਹਵੇਲੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਮਹਾਰਾਜ ਦੇ ਘਰ ਜਾ ਕੇ ਇਹਨੇ ਮਗਰਲੇ ਕਮਰੇ 'ਚ ਮਹਾਰਾਜ ਨੂੰ ਠਹਿਰਾਇਆ ਅਤੇ ਇੱਥੋਂ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਜਿਹੜਾ ਪਹਿਲਾ ਵਿਸ਼ਰਾਮ ਹੈ ਮਹਾਰਾਜ ਨੇ, ਕਿਤੇ ਮਹਾਰਾਜ ਟਿਕੇ ਨਹੀਂ, ਮਹਾਰਾਜ ਪਹਿਲਾ ਵਿਸ਼ਰਾਮ ਜਾ ਕੇ ਮਹਾਰਾਜ ਨੇ ਨਿਹੰਗ ਖਾਂ ਦੇ ਘਰ ਕੀਤਾ। ਇੰਨੇ ਚਿਰ ਨੂੰ ਮਗਰ ਅਜੇ ਮਹਾਰਾਜ ਜਾ ਕੇ ਬੈਠੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਪਹੁੰਚ ਗਏ। ਗੁਰੂ ਸਾਹਿਬ ਜੀ ਨੇ ਕਿਹਾ ਉਸ ਵਕਤ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿ ਖਬਰਾਂ ਮੰਗਵਾਓ ਕਿ ਦਲ ਕਿਹੜੇ ਪਾਸੇ ਨਿਕਲ ਰਹੇ ਨੇ। ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਨੇੜੇ ਖੜਾ ਸੀ। ਕਹਿਣ ਲੱਗਾ ਮਹਾਰਾਜ ਜੀ, ਮੇਰੇ ਮੁਤਾਬਕ ਜਾਫਰ ਅਲੀ, ਕਾਸਮ ਬੇਗ ਵਰਗਿਆਂ ਨੇ ਜਿਹੜਾ ਸਾਡੇ ਇੱਥੋਂ ਰੋਪੜ ਤੋਂ ਗਏ ਨੇ, ਉਹਦੇ ਮੁਤਾਬਕ ਦਲ ਤੁਹਾਡੇ ਮਗਰ ਹੀ ਚੜ੍ਹਦਾ ਆਵੇਗਾ। ਤੁਸੀਂ ਬਹੁਤਾ ਲੰਮਾ ਸਮਾਂ ਮਹਾਰਾਜ ਇੱਥੇ ਨਹੀਂ ਠਹਿਰ ਸਕਦੇ ਜੇ ਯੁੱਧ ਕਰਨਾ ਹੈ। ਮਹਾਰਾਜ ਇੱਥੇ ਜਿਹੜਾ ਤੁਹਾਡਾ ਹੈ ਬਹੁਤਾ ਲੰਮਾ ਸਮਾਂ ਠਹਿਰਨ ਦਾ ਨਹੀਂ। ਮਹਾਰਾਜ ਨੂੰ ਪਤਾ ਲੱਗ ਗਿਆ ਕਿ ਦਲ ਇੱਥੇ ਘੇਰ ਲਵੇਗਾ। ਮਹਾਰਾਜ ਉਨੇ ਚਿਰ ਨੂੰ ਸਾਹਿਬ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਪਹੁੰਚ ਗਏ। ਮਹਾਰਾਜ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਵੇਖਿਆ ਤੇ ਮਹਾਰਾਜ ਦਾ ਮਨ ਵਿਧਿਆ ਗਿਆ ਕਿ ਇਹ ਸੂਰਮਿਆਂ ਨੇ ਤਾਂ ਮੈਂ ਅਜੇ ਚੋਣ ਕਰਕੇ ਚਮਕੌਰ ਗੜੀ 'ਚ ਖੜਨੇ ਸਨ, ਇਹ ਤਾਂ ਇੱਥੇ ਘਾਇਲ ਹੋ ਗਿਆ। ਮਹਾਰਾਜ ਨੇ ਕਹਿੰਦੇ ਭਾਈ ਬਚਿੱਤਰ ਸਿੰਘ ਦੇ ਜ਼ਖਮਾਂ ਨੂੰ ਆਪ ਸਹਿਲਾਇਆ। ਸਹਿਲਾਇਆ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਲਹੂ ਵਗ ਰਿਹਾ ਸੀ, ਮਹਾਰਾਜ ਨੇ ਇੱਕ ਫੰਬਾ ਲੈ ਕੇ ਥੋੜ੍ਹਾ ਥੋੜ੍ਹਾ ਜ਼ਖਮਾਂ ਨੂੰ ਪੂੰਝਿਆ। ਮਹਾਰਾਜ ਨੇ ਚੰਗੀ ਤਰ੍ਹਾਂ ਵਸਤਰ ਢੱਕ ਕੇ ਕਿਹਾ ਕਿ ਨਿਹੰਗ ਖਾਂ ਸਾਡੇ ਇਸ ਸੂਰਬੀਰ ਸਿੰਘ ਦਾ ਖਿਆਲ ਰੱਖਿਓ। ਇੱਥੋਂ ਮਹਾਰਾਜ ਫਿਰ ਮੁਨਾਸਬ ਨਾ ਸਮਝਦਿਆਂ ਹੋਇਆਂ ਗੁਰੂ ਸਾਹਿਬ ਜੀ 7 ਪੋਹ ਦੀ ਸਵੇਰ ਤੋਂ ਬਾਅਦ ਭਾਵ ਕਿ 10:30 ਵਜੇ ਮਹਾਰਾਜ ਇੱਥੋਂ ਨਿਕਲ ਜਾਂਦੇ ਹਨ ਕੋਟਲਾ ਨਿਹੰਗ ਖਾਂ ਦੇ ਕੋਲ ਰੋਪੜ ਤੋਂ। ਜਾਣ ਸਮੇਂ ਮਹਾਰਾਜ ਇੱਕ ਇਹਨੂੰ ਕਟਾਰ, ਇੱਕ ਸ੍ਰੀ ਸਾਹਿਬ ਤੇ ਇੱਕ ਢਾਲ ਬਖਸ਼ਿਸ਼ ਕਰ ਜਾਂਦੇ ਹਨ। ਹੁਣ ਕੋਟਲਾ ਨਿਹੰਗ ਖਾਂ ਦੇ ਮਗਰ ਜਿਹੜੀ ਘਟਨਾ ਵਾਪਰੀ, ਨਿਹੰਗ ਖਾਂ ਕੌਣ ਹੈ ਇਹਨਾਂ ਦੇ ਕਿਤੇ ਜੇ ਵਿੱਚ ਸਾਰੇ ਪੜ੍ਹੋਗੇ, ਜਿਹੜਾ ਰਾਏ ਕੱਲਾ ਸੀ ਨਾ, ਰਾਏਕੋਟ ਦਾ ਰਹਿਣ ਵਾਲਾ ਚੌਧਰੀ, ਉਹ ਨਿਹੰਗ ਖਾਂ ਦਾ ਕੁੜਮ ਸੀ। ਨਿਹੰਗ ਖਾਂ ਦਾ ਮੁੰਡਾ ਆਲਮ ਖਾਨ ਰਾਏ ਕੱਲੇ ਦੀ ਕੁੜੀ ਨੂੰ ਵਿਆਹਿਆ ਹੋਇਆ ਸੀ। ਭਾਈ ਗਨੀ ਖਾਂ ਨਬੀ ਖਾਂ ਨੇ ਮਹਾਰਾਜ ਨੂੰ ਉੱਚ ਦੇ ਪੀਰ ਬਣਾਇਆ। ਭਾਈ ਗਨੀ ਖਾਂ ਨਬੀ ਖਾਂ ਨਿਹੰਗ ਖਾਂ ਦੀ ਜਿਹੜੀ ਭੂਆ ਸੀ ਬੀਬੀ ਉਮਰੀ, ਉਹਦੇ ਪੋਤਰੇ ਸਨ। ਨਿਹੰਗ ਖਾਂ ਦੀ ਜਦੋਂ ਭਾਈ ਬਚਿੱਤਰ ਸਿੰਘ ਸਨ, ਮਗਰੋਂ ਜਾਫਰ ਅਲੀ ਨੂੰ ਕਿਸੇ ਨੇ ਲੂਤੀ ਲਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਿਹੰਗ ਖਾਂ ਦੇ ਘਰ ਠਹਿਰੇ ਨੇ, ਪਰ ਮਹਾਰਾਜ ਜਲਦੀ ਇੱਥੋਂ ਚਲੇ ਗਏ। ਉਸ ਸਮੇਂ ਦੇ ਵਿੱਚ ਜਦੋਂ ਜਾਫਰ ਅਲੀ ਆਪਣੀ ਫੌਜਾਂ ਨੂੰ ਲੈ ਕੇ ਆਇਆ, ਨਿਹੰਗ ਖਾਂ ਨੂੰ ਕਹਿਣ ਲੱਗਾ ਤੁਸੀਂ ਬਾਗੀਆਂ ਨੂੰ ਘਰ ਠਹਿਰਾਇਆ। ਨਿਹੰਗ ਖਾਂ ਕਹਿਣ ਲੱਗਾ ਤਲਾਸ਼ੀ ਕਰ ਲਓ, ਬੇਸ਼ੱਕ ਤੁਸੀਂ ਦੁਸ਼ਮਣ ਦੇ ਚੁਗਲੀਆਂ ਦੇ ਵਿੱਚ ਆ ਕੇ ਆਪਣੇ ਹੀ ਪ੍ਰਤਿਸ਼ਠ ਮੁਸਲਮਾਨਾਂ ਨੂੰ ਤੰਗ ਕਰਦੇ ਹੋ, ਤੁਹਾਡੀ ਕਾਹਦੀ ਮਾਣ ਮਰਜ਼ਾਦਾ। ਸਾਰੇ ਘਰ ਦੀਆਂ ਛੰਨਾਂ, ਸਬਾਤਾਂ, ਕਮਰਿਆਂ ਦੀਆਂ ਸਭ ਦੀ ਤਲਾਸ਼ੀ ਕੀਤੀ, ਕੁਝ ਨਾ ਮਿਲਿਆ ਇਹਨਾਂ ਨੂੰ। ਆਖਿਰ ਇੱਕ ਕਮਰਾ ਸੀ ਜਿਹੜਾ ਮਗਰ ਬਣਿਆ ਹੋਇਆ ਸੀ, ਛੋਟਾ ਕਮਰਾ, ਉਹਨੂੰ ਖੜਕਾਉਣ ਲੱਗੇ ਤੇ ਨਿਹੰਗ ਖਾਂ ਕਹਿਣ ਲੱਗਾ ਕਿ ਇਸ ਕਮਰੇ ਵਿੱਚ ਕਹਿੰਦਾ ਕੌਣ ਹੈ। ਨਿਹੰਗ ਖਾਂ ਕਹਿਣ ਲੱਗਾ ਇਹਦੇ ਵਿੱਚ ਮੇਰੀ ਧੀ ਮੁਮਤਾਜ਼ ਤੇ ਮੇਰਾ ਦਮਾਦ ਪਏ ਨੇ। ਕਹਿਣ ਲੱਗਾ ਆਵਾਜ਼ ਦਿਓ। ਅੰਦਰੋਂ ਬੀਬੀ ਮੁਮਤਾਜ਼ ਨੇ ਆਵਾਜ਼ ਦਿੱਤੀ, ਹਾਂ ਅੱਬਾ ਖੈਰ ਅਸੀਂ ਹਾਂ, ਕੀ ਗੱਲ ਹੈ। ਜਾਫਰ ਅਲੀ ਨੂੰ ਪੁਸ਼ਤਗੀ ਹੋ ਗਈ, ਵਾਪਸ ਚਲੇ ਗਏ। 7 ਪੋਹ ਦਾ ਦਿਨ ਲੰਘ ਗਿਆ। 8 ਪੋਹ ਦੇ ਜ਼ਖਮਾਂ ਦੀ ਤਾਬ ਇੰਨੀ ਸੀ ਕਿ 9 ਪੋਹ ਦੀ ਚੜ੍ਹਦੀ ਸਵੇਰ ਨੂੰ ਇੱਕ ਪਾਸੇ ਚਮਕੌਰ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਸ਼ਹੀਦ ਹੁੰਦੇ ਨੇ, ਇੱਧਰ ਭਾਈ ਬਚਿੱਤਰ ਸਿੰਘ 9 ਪੋਹ ਦੀ ਸਵੇਰ ਨੂੰ ਸ਼ਹੀਦ ਹੋ ਜਾਂਦੇ ਨੇ। ਬਾਅਦ ਦੇ ਵਿੱਚ ਭਾਈ ਗਰਸਾ ਸਿੰਘ ਗਹੂਣੀਆਂ ਤੇ ਬੱਗਾ ਸਿੰਘ ਤਰਖਾਣੇ, 2 ਸਿੱਖਾਂ ਨੇ ਰਲ ਕੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ। ਉਸ ਸਮੇਂ ਥੋੜ੍ਹੇ ਸਮੇਂ ਬਾਅਦ ਜਦੋਂ ਸਮਾਂ ਲੰਘ ਗਿਆ ਤੇ ਇੱਕ ਵਾਰੀ ਨਿਹੰਗ ਖਾਂ ਨੇ ਆਪਣੀ ਬੱਚੀ ਮੁਮਤਾਜ਼ ਦਾ ਨਿਕਾਹ ਕਰਨ ਦੀ ਗੱਲ ਸਰਹੰਦ ਵਾਲੇ ਪਾਸੇ ਤੋਰੀ। ਜਦੋਂ ਚੰਗਾ ਵਾਰ ਲੱਭ ਕੇ ਉਹਦੇ ਲਈ ਸ਼ੌਹਰ, ਉਹਦੇ ਨਿਕਾਹ ਦੀ ਗੱਲ ਚੱਲੀ ਤੇ ਬੀਬੀ ਮੁਮਤਾਜ਼ ਕਹਿਣ ਲੱਗੀ ਕਿ ਅੱਬਾ ਜਾਨ, ਆਪ ਜੀ ਨੇ ਮੇਰਾ ਨਿਕਾਹ ਤਾਂ 7 ਪੋਹ ਦੇ ਵਾਲੇ ਦਿਨ ਹੀ ਕਰ ਦਿੱਤਾ ਸੀ। ਨਿਹੰਗ ਖਾਂ ਕਹਿਣ ਲੱਗਾ ਕਿਹਦੇ ਨਾਲ।
ਕਹਿਣ ਲੱਗੀ ਉਸ ਦਿਨ ਤੁਸੀਂ ਕਿਹਾ ਸੀ ਕਿ ਮੇਰੇ ਧੀ ਦਾ ਮਾਦ ਅੰਦਰ। ਕਹਿਣ ਲੱਗੀ ਭਾਵੇਂ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਏ, ਪਰ ਮੈਂ ਉਹਨਾਂ ਨੂੰ ਆਪਣਾ ਸਭ ਜੀਵਨ ਦਾ ਸਭ ਕੁਝ ਸੌਂਪ ਚੁੱਕੀ ਹਾਂ। ਮੈਂ ਉਹਨਾਂ ਦੀ ਹੁਣ ਸਮਝ ਲਓ ਬੇਗਮ ਹਾਂ, ਤੇ ਮੈਂ ਉਹਨਾਂ ਦੀ ਯਾਦ ਵਿੱਚ ਰਹਿ ਕੇ ਜੀਵਨ ਗੁਜ਼ਾਰਾਂਗੀ। ਨਿਹੰਗ ਖਾਂ ਦਾ ਦਿਲ ਪਸੀਜ ਗਿਆ ਕਿ ਇਹੋ ਜਿਹੀਆਂ ਸਿਦਕ ਦੀਆਂ ਮੂਰਤਾਂ, ਜੱਤ ਸੱਤ ਦੀਆਂ ਆਚਰਣ ਦੀਆਂ ਧਨੀ, ਜਿਨ੍ਹਾਂ ਨੇ ਅਜੇ ਸੇਜਾ ਵੀ ਨਹੀਂ ਭੋਗੀ, ਪਰ ਇੱਕ ਸ਼ਹੀਦ ਆਪਣੇ ਪਿਤਾ ਦੇ ਲਫ਼ਜ਼ ਚੋਂ, ਇਹ ਵੀ ਸਾਡੇ ਇਤਿਹਾਸ 'ਚ ਪ੍ਰੇਰਣਾ ਨੇ। ਅੱਜ ਮਾਂ ਪਿਓ 100% ਚੰਗਾ ਵਰ ਲੱਭਦੇ ਤਾਂ ਵੀ ਧੀਆਂ ਦੇ ਨੱਕ ਤੇ ਨਹੀਂ ਚੜ੍ਹਦਾ, ਤੇ ਇੱਕ ਬੀਬੀ ਮੁਮਤਾਜ਼ ਵਰਗੀ ਹੈ ਜਿਹਦੇ ਪਿਤਾ ਨੇ ਸਿਰਫ ਕੇਵਲ ਇੱਕ ਮੌਕੇ ਦੀ ਰਣਨੀਤੀ ਸਮਝ ਕੇ ਕਿਹਾ ਕਿ ਜਾਨ ਬਾਜੇ ਭਾਈ ਬਚਿੱਤਰ ਸਿੰਘ ਦੀ ਧੀ ਦਾ ਮਾਦ ਕਿਹਾ, ਉਸ ਬੱਚੀ ਨੇ ਸਿਦਕ ਨਿਭਾਲਿਆ। ਤੇ ਇਹੋ ਜਿਹਾ ਸਿਦਕ ਇੱਕ ਹੋਰ ਵੀ ਸਾਡੇ ਧਰਮ 'ਚ ਨਿਭਾਇਆ, ਜਿਹੜਾ ਫੋਟੋ ਨਾਲ ਆਨੰਦ ਕਾਰਜ ਹੋਇਆ ਭਾਈ ਸਤਵੰਤ ਸਿੰਘ। ਇਹੋ ਜਿਹੇ ਵੀ ਸਿਦਕ ਜ਼ਿੰਦਗੀ ਦੇ ਵਿੱਚ ਹਨ। ਬੀਬੀ ਮੁਮਤਾਜ਼ ਨੇ ਬਾਅਦ 131 ਸਾਲ ਦੀ ਲੰਮੀ ਉਮਰ ਭੋਗੀ। ਗੁਰੂ ਗੋਬਿੰਦ ਸਿੰਘ ਦੇ ਸਾਰੇ ਉਹਨੇ ਯੁੱਧ ਦੇਖੇ। ਸਾਰਾ ਦਿਨ ਬੰਦਗੀ 'ਚ ਮਸਤ ਰਹਿੰਦੀ ਸੀ, ਤੇ ਉਹ ਅਕਸਰ ਵਾਗ ਆਖਦੀ ਸੀ, ਭਾਣੇ ਕਾ ਖਾਵੰਦ ਗੁਰੂ ਗੋਬਿੰਦ ਸਿੰਘ, ਹਰ ਸਹਾਈ ਗੁਰੂ ਗੋਬਿੰਦ ਸਿੰਘ, ਬਾਹੋ ਬਾਹੋ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ। 6 ਵਾਗ ਅਕਸਰ ਉਚਾਰਿਆ ਕਰਦੀ ਸੀ। ਇਸ ਕਰਕੇ ਬੀਬੀ ਮੁਮਤਾਜ਼ ਵੀ ਬੜੀ ਯਾਦ ਰੱਖਣ ਯੋਗ ਹੈ। ਗੁਰੂ ਸਾਹਿਬ ਜੀ ਫਿਰ ਇੱਥੋਂ ਲੰਘਦੇ ਹੋਏ ਬਾਹਮਣ ਮਾਜਰੇ ਤੋਂ ਬੂਰ ਮਾਜਰੇ ਹੁੰਦੇ ਹੋਏ ਮਹਾਰਾਜ ਚਮਕੌਰ ਵਿਖੇ ਪਹੁੰਚ ਗਏ। ਤੇ ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਹੜਾ ਇੱਕ ਜ਼ਿਕਰ ਕਰਨਾ ਅੱਗੇ, ਮੁਮਤਾਜ਼ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਅੱਗੇ ਲੰਘੇ ਨਾ, ਚੱਲਦੇ ਜਾ ਰਹੇ ਸਨ, ਤੇ ਉੱਥੇ ਜਾ ਕੇ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਦਲ ਦਾ, ਮਹਾਰਾਜ ਬਾਹਮਣ ਮਾਜਰੇ ਪਹੁੰਚੇ, ਮਹਾਰਾਜ ਨੇ ਕਿਹਾ ਦਲ ਦਾ ਮੁਆਇਨਾ ਤੇ ਕਰੋ, ਕਿੰਨੇ ਕੁ ਸਿੰਘ ਹਨ ਨਾਲ। ਜਦੋਂ ਇਸ ਗੱਲ ਦਾ ਮੁਆਇਨਾ ਕਰਨ ਲੱਗੇ ਤੇ ਉਸ ਸਮੇਂ ਇਹਨਾਂ ਨੇ ਮੁੜ ਕੇ ਦੇਖਿਆ, ਕਹਿਣ ਲੱਗੇ ਮਹਾਰਾਜ ਸਿੰਘ ਤਾਂ ਬਹੁਤ ਘੱਟ ਰਹਿ ਗਏ। ਮਹਾਰਾਜ ਨੇ ਗਿਣਤੀ ਕਰਵਾਈ ਉੱਥੇ ਦਲ ਦੀ ਰੋਕ ਕੇ, ਤੇ ਉਸ ਸਮੇਂ ਜਿਹੜਾ ਸੀ ਗੁਰੂ ਸਾਹਿਬ ਜੀ ਦੇ ਨਾਲ ਕੇਵਲ ਮਾਤਰ 40 ਸਿੰਘ ਸਨ। ਇੱਥੇ ਖਲੋ ਕੇ ਬਾਹਮਣ ਮਾਜਰੇ ਵਿੱਚ ਮਹਾਰਾਜ ਜੀ ਨੇ ਫਿਰ ਸਾਰੇ ਸਿੰਘਾਂ ਦਾ ਮੁਆਇਨਾ ਕੀਤਾ। ਪਿਆਰਿਆਂ ਤੇ ਸਾਹਿਬਜ਼ਾਦਿਆਂ ਨੂੰ ਮਹਾਰਾਜ ਨੇ ਨਾਲ ਲਿਆ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਚੱਲਦੇ ਹਨ। ਇਸੇ ਦੌਰਾਨ ਜਦੋਂ ਮਹਾਰਾਜ ਬੂਰ ਮਾਜਰੇ ਪਹੁੰਚੇ ਇੱਥੋਂ ਮਹਾਰਾਜ, ਤੇ ਇੱਥੇ ਮਹਾਰਾਜ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਨੇ ਕਿਹਾ ਕਿ ਆਲੇ ਦੁਆਲੇ ਜੋ ਖਬਰ ਮੰਗਵਾਓ। ਉਸੇ ਦੌਰਾਨ ਖਬਰ ਪਤਾ ਲੱਗੀ ਕਿ ਗੁਰੂ ਸਾਹਿਬ ਜੀ ਜਿਹੜੇ ਹਨ ਮਹਾਰਾਜ, ਗੁਰੂ ਸਾਹਿਬ ਜੀ ਦੇ ਸਿੰਘ ਭਾਈ ਮਦਨ ਸਿੰਘ, ਕਿਉਂਕਿ ਉਧਰਲੇ ਇਲਾਕੇ ਦੇ ਰਹਿਣ ਵਾਲੇ ਸਨ, ਇਹਨਾਂ ਨੂੰ ਖਬਰ ਸੀ ਉਸ ਇਲਾਕੇ ਦੀ। ਇਹਨਾਂ ਨੇ ਦੂਰੋਂ ਦੂਰੋਂ ਖਬਰ ਮੰਗਵਾਈ ਤੇ ਪਤਾ ਲੱਗਿਆ ਸਤਪੋਹ ਦੀ ਸ਼ਾਮ ਤੱਕ ਆ ਕੇ ਕਿ ਮਹਾਰਾਜ ਜਿਹੜੇ 4 ਸੂਬਿਆਂ ਦੇ ਗਵਰਨਰ ਚੜ੍ਹ ਕੇ ਆਏ ਸਨ ਅਨੰਦਪੁਰ ਸਾਹਿਬ, ਉਹਨਾਂ ਸਾਰਿਆਂ ਨੇ ਤੁਹਾਡੀ ਪੈੜ ਦੱਬ ਲਈ ਹੈ, ਤੇ ਜਿੰਨੀਆਂ ਦਲ ਨੇ ਹੇਲਾ ਕਰਕੇ ਸਾਰਿਆਂ ਨੇ ਤੁਹਾਡੇ ਮਗਰ ਆ ਜਾਣਾ ਹੈ। ਤੇ ਮਹਾਰਾਜ ਇੱਥੋਂ ਫਿਰ ਜਦੋਂ ਚਮਕੌਰ ਪਹੁੰਚਦੇ ਹਨ, ਤੇ ਇੱਥੇ ਮਹਾਰਾਜ ਨੇ ਫਿਰ ਰੂਪ ਚੰਦ ਹੁਣਾਂ ਦੀ ਹਵੇਲੀ ਲਈ, ਤੇ ਮਹਾਰਾਜ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਹ ਜਿਹੜੀ ਗੜੀ ਹੈ ਇੱਥੇ ਨਿਰਣਾਇਕ ਯੁੱਧ ਹੋਏਗਾ। ਮਹਾਰਾਜ ਨੂੰ ਖਬਰ ਪਹੁੰਚਾ ਦਿੱਤੀ ਸੀ ਭਾਈ ਮਦਨ ਸਿੰਘ ਨੇ। ਭਾਈ ਮਦਨ ਸਿੰਘ ਕਾਠਾ ਸਿੰਘ ਜੀ ਨਾਲ ਚਮਕੌਰ ਸਾਹਿਬ ਜਾਓ, ਤੇ ਗੇਟ ਬਣਿਆ ਹੋਇਆ ਉਹਨਾਂ ਦੇ ਨਾਂ ਤੇ। ਚਮਕੌਰ ਸਾਹਿਬ ਦੇ ਬੌੜੇ ਜਿਹੜੇ ਸ਼ਹੀਦ ਸਨ ਉਹ ਇੱਧਰਲੇ ਇਲਾਕੇ ਦੇ ਸਨ, ਕਿਉਂਕਿ ਮਾਝੇ ਵਾਲੇ ਤਾਂ ਜਾ ਚੁੱਕੇ ਸਨ ਉਸ ਵਕਤ ਮਹਾਰਾਜ ਦੇ ਕੋਲੋਂ। ਇਸ ਕਰਕੇ ਜਦੋਂ ਮਹਾਰਾਜ ਉੱਥੇ ਪਹੁੰਚੇ ਤੇ ਮਹਾਰਾਜ ਨੂੰ ਪਤਾ ਲੱਗ ਗਿਆ, ਖਬਰ ਪਤਾ ਲੱਗ ਗਈ ਕਿ ਜੈਨ ਖਾਨ, ਜ਼ਬਰਦਸਤ ਖਾਨ, ਦਿਲਾਵਰ ਖਾਨ, ਖਵਾਜਾ ਮਰਦੂਦ, ਵਜ਼ੀਰ ਖਾਨ ਵਰਗਿਆਂ ਦੇ ਸਾਰੇ ਦਲ ਜਿਹੜੇ ਘੇਰਾ ਪਾ ਕੇ ਹਰਲ ਹਰਲ ਕਰਦੇ ਆ ਰਹੇ ਹਨ, ਇਹ ਸਾਰੇ ਹੁਣ ਚਮਕੌਰ ਪਹੁੰਚਣ ਵਾਲੇ ਨੇ। ਮਹਾਰਾਜ ਨੇ ਉੱਥੇ ਇੱਕ ਝਗੜਾ ਵੀ ਹੋਇਆ ਗੜੀ ਨੂੰ ਲੈ ਕੇ। ਫਿਰ ਮਹਾਰਾਜ ਗਲੀ ਦੇ ਅੰਦਰ ਜਦੋਂ ਮਹਾਰਾਜ ਪ੍ਰਵੇਸ਼ ਕਰ ਗਏ, ਫਿਰ ਮਹਾਰਾਜ ਨੇ ਕੱਲੇ ਕੱਲੇ ਜਥੇ ਨੂੰ ਕਿਵੇਂ ਸਵਾਰਿਆ, ਕਿਵੇਂ ਸ਼ਿੰਗਾਰਿਆ, ਤੇ ਉਹ ਜਿਹੜਾ ਇੱਕ ਮਹਾਨ ਚਮਕੌਰ ਦੀ ਅਸਾਵੀਂ ਜੰਗ, ਸਤਪੋਹ ਦੀ ਸ਼ਾਮ ਨੂੰ ਮਹਾਰਾਜ ਚਮਕੌਰ ਦੀ ਜਿਹੜੀ ਹੈ ਗੜੀ ਵਿੱਚ ਪਹੁੰਚ ਜਾਂਦੇ ਨੇ। ਤੇ ਇਸ ਕਰਕੇ ਸਤਪੋਹ ਦਾ ਜਦੋਂ ਮਹਾਰਾਜ ਗੜੀ ਅੰਦਰ ਪਹੁੰਚ ਗਏ, ਮਹਾਰਾਜ ਨੇ ਮਮਟੀਆਂ ਨੂੰ ਪਰਖਿਆ, ਮੀਨਾਰਾਂ ਨੂੰ ਪਰਖਿਆ, ਫਸੀਲ ਨੂੰ ਪਰਖਿਆ। ਨਾਲ ਸਨ ਭਾਈ ਅਨਕ ਸਿੰਘ, ਅਜਬ ਸਿੰਘ। ਉਹ ਕਹਿਣ ਲੱਗੇ ਮਹਾਰਾਜ ਸਾਡੇ ਮਗਰ ਤਾਂ ਦਲ ਬੜਾ ਚੜਿਆ ਹੋਇਆ, ਤੇ ਆਪ ਜੀ ਇਸ ਗੜੀ ਵਿੱਚ ਰੁਕ ਗਏ। ਇਹ ਵੀ ਅੱਗੇ ਕੱਲ੍ਹ ਗਾਥਾ ਅਰਜ ਕਰਾਂਗਾ, ਕੇਵਲ ਇੰਨਾ ਕਰਜ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਸ਼ੇਰ ਹੁੰਦਾ ਹੈ ਨਾ, ਉਹਦਾ ਜਿਹੜਾ ਦ੍ਰਿੜਤਾ ਹੁੰਦੀ, ਉਹਦੀ ਹੌਸਲਾ, ਉਹਦੀ ਬਹਾਦਰੀ, ਉਹਨੂੰ ਕਿਸੇ ਤਰ੍ਹਾਂ ਦੀ ਓਟ ਦੀ ਲੋੜ ਨਹੀਂ ਹੁੰਦੀ। ਪਰ ਕਿਉਂਕਿ ਦਲ ਬੜਾ ਵੱਡਾ ਹੈ ਮਗਰ ਚੜਿਆ,
इस करके इत्थे असी खालसे दा परचम दर्शाउणा। इस करके भाई अजब सिंह ये गड़ी गड़ी रहेगी, पर इहदी मानता किलियां तो वध रहेगी। एक पासे हुंदा ना कि किलियां दे विच रहण वाले भी थंम नहीं सकदे, पर गुरु साहब जी कहंदे कि इत्थे असीं अपने खालसे दा ऐसा प्रचंड जलाओ करांगे कि रहेगी ये गड़ी, पर इहदी मानता दुर्ग किलियां तो ओट वधेरे रहेगी। किते मातशाह ने 5 किले आनंदपुर साहब बनाए सन, आनंदगढ़, केसगढ़, इसे तरह लोहगढ़, होलगढ़। ਉਹ ਮਹਾਰਾਜ ਨੂੰ ਅੱਜ ਗੜੀ ਦਾ ਆਸਰਾ ਲੈਣਾ ਪਿਆ ਤੇ ਮਹਾਰਾਜ ਫਿਰ ਕਿਵੇਂ ਸਤਪੁਰ ਦੀ ਸ਼ਾਮ ਨੂੰ ਉੱਥੇ ਪਹੁੰਚ ਚੁੱਕੇ ਹਨ। ਇੱਧਰ ਛੋਟੇ ਸਾਹਿਬਜ਼ਾਦਾ ਜਿਹੜਾ ਸਫ਼ਰ ਹੈ ਉਹ ਸਤਪੁਰ ਨੂੰ ਕੁੰਮੇ ਮਾਸ਼ਕੀ ਦੀ ਛੰਨ ਵੱਲ ਹੋ ਤੁਰਦਾ। ਉਹ ਮੈਂ ਵੱਖਰਾ ਅਰਜ਼ ਕਰਾਂਗਾ। 10ਵੇਂ ਪਾਤਸ਼ਾਹ ਜੀ ਆਪਣੇ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿੱਚ ਸਤਪੁਰ ਦੀ ਸ਼ਾਮ ਨੂੰ ਪਹੁੰਚਦੇ ਨੇ। ਸਾਰੀ ਯੁੱਧ ਦੀ ਤਿਆਰੀ ਕਰ ਲੈਂਦੇ ਨੇ। ਸਤਪੁਰ ਦੀ ਦੇਰ ਸ਼ਾਮ ਨੂੰ ਮੁਗਲ ਸੈਨਾ ਦਾ ਘੇਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ 8 ਨੂੰ ਜਿਹੜਾ ਯੁੱਧ ਪ੍ਰਚੰਡ ਹੁੰਦਾ, ਜਿਹੜਾ ਕੱਲ ਚਮਕੌਰ ਗੜੀ ਦਾ ਯੁੱਧ ਹੋਵੇਗਾ, ਉਹਦਾ ਕੱਲ ਸਾਕਾ ਆਪ ਜੀ ਦੇ ਸਨਮੁਖ ਅਰਜ਼ ਕਰਾਂਗਾ। ਇੰਜ ਸਤਪੁਰ ਦੇ ਦਿਨ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਕੱਲਾ ਪਰਿਵਾਰ ਨਹੀਂ ਵਿਛੜਿਆ। ਇਹ ਵੀ ਯਾਦ ਰੱਖਣਾ ਚਾਹੀਦਾ ਨਾ, ਆਪਾਂ ਚੀਜ਼ਾਂ ਨੂੰ ਬੜੇ ਸਰਲ ਬਣਾਈ ਜਾ ਰਹੇ ਹਾਂ। ਉਹਦੇ ਨਾਲ ਕੀ ਹੁੰਦਾ, ਸਾਡੀ ਮੈਮਰੀ ਘਟਣ ਲੱਗ ਪੈਂਦੀ। ਅੱਜ ਭਾਈ ਉਦੈ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਅੱਜ ਭਾਈ ਜੈਤਾ ਜੀ ਦਾ, ਬੀਬੀ ਭਿੱਖਾਂ ਜੀ ਦਾ ਤੇ ਹੋਰ ਮਹਾਰਾਜ ਦੇ ਜਿਹੜੇ ਸਾਥੀ 450 ਤੋਂ ਵੱਧ ਸਿੰਘ ਜਿਹੜੇ ਸਰਸਾ ਤੋਂ ਉਰਾਰ ਹੀ ਸ਼ਹੀਦ ਹੋ ਗਏ। ਭਾਈ ਬਚਿੱਤਰ ਸਿੰਘ ਵਰਗੇ ਚਲੋ 9 ਪੋਹ ਨੂੰ ਸ਼ਹੀਦ ਹੋਏ ਸਨ। ਇਸ ਕਰਕੇ ਇਕੱਲੇ ਪਰਿਵਾਰ ਵਿਛੋੜੇ ਦੇ ਸਮੇਤ ਨਹੀਂ। ਤੇ ਹੁਣ ਮੈਂ ਜਿਹੜਾ ਇੱਕ ਨੁਕਤਾ ਹੋਰ ਅਰਜ਼ ਕਰਦਾ ਆਪ ਜੀ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੇ ਸਫ਼ਰਾਂ ਤੇ ਆਪ ਤੁਰੇ, ਜਿਹੜੇ ਲਾਲਾਂ ਨੂੰ ਸਿੰਘਾਂ ਨੂੰ ਤੋਰਿਆ, ਇਹ ਸਫ਼ਰਾਂ ਦੀ ਪੈੜ ਮਹਾਰਾਜ ਜੀ ਨੇ ਸਿੰਘਾਂ ਨੂੰ ਜਿਵੇਂ ਸਿਖਾਈ, ਉਹਨਾਂ ਦੀ ਬਾਣੀ 'ਚ ਪ੍ਰਗਟ ਹੈ। ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜਿੱਦ ਵਿਚਾਰ ਹੈ, ਕਿ ਜਿਹੜਾ ਜੰਗ ਕਰਨਾ ਖਾਲਸੇ ਦਾ ਚਾਉ ਹੈ, ਖਾਲਸਾ ਸੋ ਜੋ ਨਿਤ ਕਰੇ ਜੰਗ। ਉਹਨਾਂ ਜੰਗਾਂ ਦੀ ਇਬਾਰਤ ਲਿਖਦਿਆਂ ਹੋਇਆਂ ਦਸਮੇਸ਼ ਪਾਤਸ਼ਾਹ ਜੀ ਹੁਣ ਚਮਕੌਰ ਗੜੀ ਦੇ ਵਿੱਚ ਕਿਵੇਂ ਉਹ ਸਾਕਾ ਵਾਪਰਦਾ, ਜਿਹਦੇ ਬਾਰੇ ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਬਸ ਏਕ ਹਿੰਦ में तीर्थ है यात्रा के लिए, कटाए बाप ने बच्चे जहाँ खुदा के लिए। ਉਹ ਸਾਕੇ ਦੀ ਇਬਾਰਤ ਕੱਲ੍ਹ ਆਪ ਜੀ ਦੇ ਸਨਮੁਖ ਅਰਜ਼ ਕਰਾਂਗਾ। ਇੰਜ ਸਤਪੁਰ ਦੇ ਦਿਨ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਨਗਰ ਤੋਂ ਨਿਕਲ ਕੇ ਸੂਰਬੀਰ ਸਿੰਘਾਂ ਨਾਲ ਸ਼ਹੀਦੀਆਂ ਪਾਉਂਦਿਆਂ ਤੇ ਸਰਸਾ ਦਾ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ 3 ਹਿੱਸਿਆਂ ਵਿੱਚ ਵਿਛੜਿਆ ਹੋਇਆ ਪਰਿਵਾਰ ਆਪੋ ਆਪਣੇ ਮੁਕਾਮਾਂ 'ਤੇ ਪੁੱਜਦਾ ਹੈ। ਤੇ ਦਸ਼ਮੇਸ਼ ਦੇ ਧਰਮ ਯੁੱਧ ਦੀ ਜਿਹੜੀ ਸਫ਼ਰ ਦੀ ਗੱਲ ਹੈ, ਇੰਝ ਹੀ ਚੱਲਦੀ ਰਹਿੰਦੀ। ਬਾਕੀ ਗਾਥਾ ਕੱਲ੍ਹ ਆਪ ਜੀ ਦੇ ਸਨਮੁਖ ਅਰਜ਼ ਕਰਾਂਗਾ। 10ਵੇਂ ਪਾਤਸ਼ਾਹ ਜੀ ਦੇ ਮਹਾਯੁੱਧ ਦੀ ਗਾਥਾ ਦਾ ਲੜੀਵਾਰ ਵਰਣਨ ਆਪ ਜੀ ਦੇ ਸਨਮੁਖ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।